ਸਤਿਗੁਰੂ ਜੀ ਨੇ ਅੱਜ ਫਿਰ ਬਖਸ਼ਿਸ਼ ਕੀਤੀ ਹੈ। ਅਸੀਂ ਜਪਜੀ ਸਾਹਿਬ ਦੀ ਬਾਣੀ ਦੇ ਵਿਚਾਰ ਨੂੰ ਸਮਝਣ ਲਈ ਇਕੱਠੇ ਹੋਏ ਹਾਂ। ਅੱਜ 24 ਨੰਬਰ ਪੌੜੀ ਤੋਂ ਪਾਠ ਦੀ ਆਰੰਭਤਾ ਹੋਣ ਜਾ ਰਹੀ ਹੈ ਜੀ। ਆਓ ਜੀ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਕੇ ਬਾਣੀ ਨਾਲ ਜੁੜੀਏ ਜੀ। अंत न सिफती कहन न अंत न करने देन न अंत। अंत न सिफती कहन न अंत न करने देन न अंत। अंत न वेखन सुनन न अंत न जापै क्या मन मंत। अंत न करने देन न अंत न वेखन सुनन न अंत। अंत न जापै क्या मन मंत। अंत न जापै क्या मन मंत। अंत न जापै कीता आकार अंत न जापै पारावार। अंत न जापै कीता आकार अंत न जापै पारावार। अंत कारण केते बिल लाही ताके अंत न पाए जाहे। अंत कारण के ते बिल लाही ताके अंत न पाही जाहे। ए अंत न जाने कोय बहुता कहिए बहुता होए। एह अंत न जाने कोय बहुता कहिए बहुता होए। वड्डा साहिब ऊंचा थाऊं ऊंचे ऊपर ऊंचा नाव। वड्डा साहिब ऊंचा थाऊं ऊंचे ऊपर ऊंचा नाव। ए वड ऊंचा होवे कोय तिस ऊंचे को जाने सोए। ए वड ऊंचा होवे कोय तिस ऊंचे को जाने सोए। जे वड आप जाने आप नानक नदरी करमी दात। जे वड आप जाने आप नानक नदरी करमी दात। गुरु सवारे सतसंगी जनों, सतगुरु महाराज ने किरपा कीती है। ਅਸੀਂ ਇੱਕ ਵਾਰ ਫੇਰ ਆਪਣੇ ਗੁਰਦੇਵ ਦੇ ਚਰਨਾਂ ਵਿੱਚ ਜੁੜ ਬੈਠ ਕੇ ਗੁਰਬਾਣੀ ਵਿਚਾਰ ਨੂੰ ਸਰਵਣ ਕਰਨ ਵਾਸਤੇ ਇਕੱਤਰ ਹੋਏ ਹਾਂ। ਅੱਜ ਦੀ ਪੌੜੀ ਦਾ ਪਾਠ ਆਪ ਜੀ ਨੇ ਸਤਿਕਾਰਯੋਗ ਬੀਬਾ ਜੀ ਪਾਸੋਂ ਬੜੇ ਪਿਆਰ ਨਾਲ ਸਰਵਣ ਕੀਤਾ ਹੈ। ਅੱਜ ਦੀ ਇਸ ਪੌੜੀ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਜੋ ਬਖਸ਼ਿਸ਼ ਕਰ ਰਹੇ ਨੇ, ਗੁਰਦੇਵ ਪਾਤਸ਼ਾਹ ਉਸ ਕਰਤੇ ਪੁਰਖ ਅਕਾਲ ਪੁਰਖ ਦੀ ਗੱਲ ਕਰ ਰਹੇ ਨੇ ਜਿਹਦਾ ਕੋਈ ਪਾਰਾਵਾਰ ਨਹੀਂ ਹੈ, ਜਿਸ ਦੀਆਂ ਵਡਿਆਈਆਂ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਅਸੀਂ ਵਿਚਾਰ ਆਏ ਹਾਂ ਕਥ ਕਥ ਕਥੀ ਕੋਟੀ ਕੋਟ ਕੋਟ। ਅਸੀਂ ਇਹ ਗੱਲ ਚੰਗੀ ਤਰ੍ਹਾਂ ਵਿਚਾਰ ਲਈ ਹੈ ਪਿੱਛੇ ਕਿ ਕਰਤੇ ਕੈ ਕਰਨੈ ਨਾਹੀ ਸੁਮਾਰ। ਜਦੋਂ ਅਸੀਂ ਇਸ ਵਿਚਾਰ ਨੂੰ ਆਪਣੇ ਸੋਚ ਮੰਡਲ ਵਿੱਚ ਵਸਾ ਲਾਂਗੇ ਕਿ ਕਰਤੇ ਕੈ ਨਾਹੀ ਸੁਮਾਰ ਵਾਲੀ ਗੱਲ ਨੂੰ, ਤਾਂ ਚੇਤੇ ਰੱਖਣਾ ਫਿਰ ਇਹ ਜਿਹੜੀ ਪੌੜੀ ਹੈ ਇਹਦੇ ਅਰਥ ਬੜੇ ਸੁਖੈਨ ਰੂਪ ਵਿੱਚ ਸਾਨੂੰ ਸਮਝ ਆਉਣਗੇ। ਮੇਰੇ ਮਾਲਕ ਕਹਿੰਦੇ ਨੇ ਅੰਤ ਨਾ ਸਿਫਤੀ ਕਹਿਣ ਨਾ ਅੰਤ। ਪਾਤਸ਼ਾਹ ਕਹਿੰਦੇ ਨੇ ਭਾਈ ਕਰਤੇ ਪੁਰਖ ਦੇ ਗੁਣਾਂ ਦਾ ਕੋਈ ਅੰਤ ਨਹੀਂ ਹੈ। ਕਰਤੇ ਦਾ ਜਿੱਥੇ ਅੰਤ ਨਹੀਂ ਹੈ ਉੱਥੇ ਉਹਦੀਆਂ ਸਿਫਤਾਂ ਦਾ ਵੀ ਕੋਈ ਅੰਤ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਯਾਦ ਰੱਖੋ ਗਿਣਨ ਨਾਲ ਵੀ ਗੁਣਾਂ ਦਾ ਕੋਈ ਜਿਹੜਾ ਹੈ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹਦੇ ਗੁਣਾਂ ਨੂੰ ਕੋਈ ਕਹਿਣ ਨਹੀਂ ਸਕਦਾ, ਬਖਿਆਨ ਨਹੀਂ ਕਰ ਸਕਦਾ, ਆਖ ਨਹੀਂ ਸਕਦਾ ਕਿ ਉਹ ਕਹਵੇ ਵੀ ਮੈਂ ਮੁਕੰਮਲ ਉਹਦੇ ਗੁਣ ਜਿਹੜੇ ਨੇ ਉਹ ਬਿਆਨ ਕਰ ਦਿੱਤੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਅੰਤ ਨਾ ਕਰਨੈ ਦੇਣ ਨਾ ਅੰਤ। ਪਾਤਸ਼ਾਹ ਕਹਿੰਦੇ ਨੇ
ਕਿ ਜੋ ਉਸਨੇ ਕੀਤਾ ਹੈ, ਜੋ ਉਸਨੇ ਬਣਾਇਆ ਹੈ ਮੇਰੇ ਮਾਲਕ ਸਤਿਗੁਰੂ ਪਾਤਸ਼ਾਹ ਜੀ ਨੇ, ਉਸ ਦਾ ਵੀ ਕੋਈ ਅੰਤ ਨਹੀਂ ਹੈ। ਉਸਨੇ ਪਤਾ ਨਹੀਂ ਕਿੰਨੇ ਕੁ ਕੰਮ ਕੀਤੇ ਨੇ, ਸਵੇਰ ਤੋਂ ਸ਼ਾਮ ਤੱਕ ਉਹ ਰੱਬ ਵੇਲਾ ਨਹੀਂ ਰਹਿੰਦਾ ਹੈ। ਪਰਮਾਤਮਾ ਜਿਹੜਾ ਹੈ ਉਹ ਵੇਲਾ ਨਹੀਂ ਰਹਿੰਦਾ ਹੈ, ਉਹ ਕੰਟੀਨਿਊ ਪਤਾ ਨਹੀਂ ਕਿੰਨੇ ਕੰਮ ਕਰਦਾ ਹੈਗਾ। ਉਹਦੇ ਕੰਮਾਂ ਦਾ ਮੇਰੇ ਪਾਤਸ਼ਾਹ ਕਹਿੰਦੇ ਨੇ ਜੋ ਉਹ ਕਰ ਰਿਹਾ ਉਹਦਾ ਕੋਈ ਅੰਤ ਨਹੀਂ ਹੈ। ਪਾਤਸ਼ਾਹ ਕਹਿੰਦੇ ਨੇ ਇੱਥੇ ਹੀ ਬਸ ਨਹੀਂ ਹੈ, ਦੇਣ ਨਾ ਅੰਤ, ਸਵੇਰ ਤੋਂ ਸ਼ਾਮ ਤੱਕ ਪਤਾ ਨਹੀਂ ਉਹ ਕਿੰਨੀਆਂ ਦਾਤਾਂ ਦਿੰਦਾ ਹੈ, ਉਹ ਕਿੰਨੇ ਆਪਣੇ ਭੰਡਾਰਿਆਂ ਦੇ ਮੂੰਹ ਖੋਲ ਕੇ ਰੱਖਦਾ, ਕਿੰਨੀਆਂ ਦਾਤਾਂ ਦੇਈ ਜਾ ਰਿਹਾ, ਸਵੇਰ ਤੋਂ ਸ਼ਾਮ ਤੱਕ ਵੰਡੀ ਜਾ ਰਿਹਾ, ਉਹਦੇ ਦੇਣ ਦਾ ਵੀ ਅੰਤ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਅੰਤ ਨਾ ਵੇਖਣ ਸੁਣਨ ਨਾ ਅੰਤ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਵੇਖਣ ਤੇ ਸੁਣਨ ਨਾਲ ਵੀ ਉਸ ਦੇ ਗੁਣਾਂ ਦਾ ਜਿਹੜਾ ਹੈ ਉਹ ਅੰਤ ਨਹੀਂ ਪਾਇਆ ਜਾ ਸਕਦਾ ਹੈ। ਫਿਰ ਗੁਰਦੇਵ ਪਾਤਸ਼ਾਹ ਕਹਿ ਰਹੇ ਨੇ ਅੰਤ ਨ ਜਾਪੈ ਕਿਆ ਮਨ ਮੰਤ। ਪਾਤਸ਼ਾਹ ਕਹਿੰਦੇ ਨੇ ਭਾਈ ਚੇਤੇ ਰੱਖੋ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਮਨ ਵਿੱਚ ਕੀ ਹੈ। ਮਨ ਦੇ ਨੰਨੇ ਨੂੰ ਇਹ ਸਿਹਾਰੀ, ਉਹਦੇ ਮਨ ਵਿੱਚ ਜੋ ਹੈ ਨਾ ਉਹਦਾ ਤੁਹਾਨੂੰ ਉਹਦਾ ਅੰਤ ਨਹੀਂ ਪਾਇਆ ਜਿਹੜਾ ਹੈ ਉਹ ਪਾਓਗੇ ਤੁਸੀਂ। ਉਹਦੇ ਮਨ ਵਿੱਚ ਕਿਆ ਚੱਲ ਰਿਹਾ ਹੈ ਉਸ ਪਰਮੇਸ਼ਰ ਵਾਹਿਗੁਰੂ ਦੇ। ਕਿਉਂਕਿ ਬੀਓ ਪੂਛ ਨਾ ਮਸਲਤ ਧਰੈ। ਉਹ ਕਿਸੇ ਦੂਜੇ ਨੂੰ ਪੁੱਛ ਕੇ ਸਲਾਹ ਮਸ਼ਵਰਾ ਨਹੀਂ ਕਰਦਾ ਕਿ ਵੀ ਦੂਜੇ ਨੂੰ ਪੁੱਛ ਕੇ ਉਹਨੇ ਕੋਈ ਕੰਮ ਕਰਨਾ ਹੈਗਾ। ਉਹ ਆਪਣੀ ਮਰਜ਼ੀ ਦਾ ਆਪ ਮਾਲਕ ਹੈ। ਪਾਤਸ਼ਾਹ ਕਹਿੰਦੇ ਨੇ ਕਿ ਉਹ ਮਾਲਕ ਵਾਹਿਗੁਰੂ ਜਿਹੜਾ ਹੈ ਉਹਦੇ ਮਨ ਵਿੱਚ ਕੀ ਹੈ, ਕਿਵੇਂ ਹੈ, ਇਹ ਕਿਸੇ ਨੂੰ ਨਹੀਂ ਪਤਾ। ਉਹ ਐਸੀ ਖੇਡ ਕਈ ਵਾਰ ਵਰਤਾ ਦਿੰਦਾ ਹੈ ਕਿ ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ। ਉਸ ਮਾਲਕ ਦੇ ਮਨ ਵਿੱਚ ਕੀ ਚੱਲ ਰਿਹਾ, 1 ਮਿੰਟ ਵਿੱਚ ਹੀ ਉਹ ਭਿਖਾਰੀ ਤੋਂ ਰਾਜਾ ਬਣਾ ਦਿੰਦਾ ਤੇ 1 ਮਿੰਟ ਵਿੱਚ ਹੀ ਉਹ ਰਾਜੇ ਤੋਂ ਭਿਖਾਰੀ ਬਣਾ ਦਿੰਦਾ। ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ। ਉਹ ਕਦੋਂ ਆਪਣੀ ਕਲਾ ਵਰਤਾ ਦੇਵੇ। ਇਸ ਕਰਕੇ ਗੁਰਦੇਵ ਕਹਿੰਦੇ ਨੇ ਅੰਤ ਨਾ ਜਾਪੈ ਕਿਆ ਮਨ ਮੰਤ। ਉਹਦੇ ਮਨ ਵਿੱਚ ਕੀ ਹੈ, ਉਹਦੀ ਜਿਹੜੀ ਹੈ ਸਿੱਖਿਆ ਦਾ ਕੋਈ ਅੰਤ ਨਹੀਂ ਪਾ ਸਕਦੇ। ਮੰਤਰ ਦਾ ਅਰਥ ਤੁਸੀਂ ਸਿੱਖਿਆ ਵੀ ਲੈ ਸਕਦੇ ਹੋ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਭਾਈ ਅੰਤ ਨ ਜਾਪੈ ਕੀਤਾ ਆਕਾਰ। ਪਾਤਸ਼ਾਹ ਕਹਿੰਦੇ ਨੇ ਜੋ ਉਸਨੇ ਇਹ ਜਗਤ ਬਣਾਇਆ ਹੈ ਜਾਂ ਸਾਡਾ ਇਹ ਸਰੀਰ ਬਣਾਇਆ, ਸਰੀਰ ਦਾ ਆਕਾਰ 1 ਮਿੰਟ ਵਾਸਤੇ ਆਪਾਂ ਸੋਚ ਲਈਏ ਕਿ ਅਸੀਂ ਅੰਤ ਪਾ ਲਿਆ। ਉਹ ਮੇਰੇ ਮਾਲਕ ਨੇ ਕਿੱਡੇ ਕਮਾਲ ਦੀ ਜਿਹੜਾ ਹੈ ਰਚਨਾ ਰਚੀ ਹੈ ਸਾਡੇ ਇਸ ਸਰੀਰ ਦੀ। ਕਿਵੇਂ ਸਾਰੀਆਂ ਨਾੜੀਆਂ ਦੇ ਵਿੱਚ ਜਿਹੜਾ ਖੂਨ ਹੈ ਉਹ ਦੌੜ ਰਿਹਾ ਹੈ। ਜਰਾ ਜੀ ਕੋਈ ਪ੍ਰੋਬਲਮ ਹੋ ਜਾਏ ਕਿੰਨੀ ਪਰੇਸ਼ਾਨੀ ਖੜੀ ਹੋ ਜਾਂਦੀ ਹੈ। ਕੈਸਾ ਉਹਨੇ ਸਿਸਟਮ ਬਣਾ ਦਿੱਤਾ, ਜੋ ਕੁਝ ਨਹੀਂ ਪਚ ਰਿਹਾ ਉਹ ਬਾਹਰ ਆ ਜਾਂਦਾ ਹੈ, ਉਲਟੀ ਹੋ ਜਾਂਦੀ ਹੈ। ਕਿਸ ਤਰ੍ਹਾਂ ਉਸ ਮਾਲਕ ਨੇ ਰਚਿਆ ਹੈ, ਕਿਵੇਂ ਅੱਖਾਂ ਦੀ ਜੋਤ, ਕਿਵੇਂ ਕੰਨਾਂ ਵਿੱਚ ਸਰੋਤ, ਕਿਵੇਂ ਸੁੰਘਣ ਦੀ ਸ਼ਕਤੀ, ਕਿੰਨਾ ਕੁਝ ਹੈ। ਫਿਰ ਤੁਸੀਂ ਇਹ ਜਗਤ ਨੂੰ ਵੇਖ ਲਓ ਕਿੰਨਾ ਕੁਝ ਇਸ ਦੇ ਵਿੱਚ ਹੈ। ਸਾਇੰਸ ਖੱਪ ਖੱਪ ਕੇ ਮਰ ਗਈ, ਖੋਜਾਂ ਕਰਕੇ ਨਿੱਤ ਦੀਆਂ ਰੋਜ਼ ਖੋਜਾਂ ਹੋ ਰਹੀਆਂ ਨੇ, ਪਰ ਅੱਗੇ ਤੋਂ ਅੱਗੇ ਖੋਜ ਵੱਧ ਰਹੀ ਹੈ, ਪਾਰਾਵਾਰ ਨਹੀਂ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਭਾਈ ਅੰਤ ਨ ਜਾਪੈ ਪਾਰਾਵਾਰ। ਉਹਦਾ ਪਾਰਲਾ ਬੰਨਾ ਜਿਹੜਾ ਹੈ ਉਹ ਕਿਸੇ ਨੂੰ ਨਹੀਂ ਲੱਭ ਰਿਹਾ। ਐਵੇਂ ਦੀ ਖੇਡ ਉਸ ਮਾਲਕ ਨੇ ਰਚੀ ਤੇ ਕਮਾਲ ਦੀ ਗੱਲ ਹੈ। ਗੁਰਦੇਵ ਕਹਿੰਦੇ ਨੇ ਵੇਖੋ ਕਿਸ ਤਰ੍ਹਾਂ ਦੀ ਵਿਡੰਬਣਾ ਹੈ ਇੱਥੇ ਕਿ ਕਈ ਹੈਗੇ ਨੇ ਜਿਹੜੇ ਕਿ ਅੰਤ ਕਾਰਨ ਕੀਤੇ ਬਿਲ ਲਾਹੇ। ਉਹ ਇਸੇ ਕਰਕੇ ਤੜਫਦੇ ਹੈਗੇ ਐ ਵੀ ਅਸੀਂ ਉਹਦਾ ਅੰਤ ਪਾ ਲਾਂਗੇ, ਅਸੀਂ ਉਹਦਾ ਅੰਤ ਲੱਭ ਲਾਂਗੇ। ਉਹ ਇਸੇ ਕਰਕੇ ਤੜਫ ਰਹੇ ਨੇ, ਰਾਤ ਦਿਨ ਬਿਲਕ ਰਹੇ ਨੇ ਵੀ ਕਿਤੇ ਸਾਡਾ ਨਾਂ ਹੋ ਜਾਏ, ਅਸੀਂ ਗਿਨੀਜ਼ ਬੁੱਕ ਵਿੱਚ ਨਾਂ ਲਿਖਾ ਲਈਏ। ਪਰ ਉਹ ਕਰਤਾ ਪੁਰਖ ਅੱਗੇ ਤੋਂ ਅੱਗੇ ਹੈ, ਬੇਅੰਤ ਉਹਦੀਆਂ ਵਡਿਆਈਆਂ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਤਾਂ ਕਿ ਅੰਤ ਨਾ ਪਾਏ ਜਾਹੇ। ਮੇਰੇ ਮਾਲਕ ਕਹਿੰਦੇ ਨੇ
ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹਦਾ ਹੱਦ ਬੰਨਾ ਨਹੀਂ ਲੱਭਿਆ ਜਾ ਸਕਦਾ, ਉਹਦੇ ਪਾਰਲੇ ਬੰਨੇ ਦਾ ਕਿਸੇ ਨੂੰ ਨਹੀਂ ਪਤਾ ਹੈਗਾ, ਉਹਦੇ ਅੰਤ ਨਹੀਂ ਪਾਏ ਜਾ ਸਕਦੇ। ਇਹ ਅੰਤ ਨਾ ਜਾਣੇ ਕੋਏ, ਪਾਤਸ਼ਾਹ ਕਹਿੰਦੇ ਨੇ ਅਕਾਲ ਪੁਰਖ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ, ਕੋਈ ਨਹੀਂ ਜਾਣਦਾ ਹੈਗਾ, ਕੋਈ ਨਹੀਂ ਉਹਦਾ ਹੱਦ ਬੰਨਾ ਲੱਭਦਾ, ਕਿਉਂਕਿ ਬਹੁਤਾ ਕਹੀਐ ਬਹੁਤਾ ਹੋਏ। ਪਾਤਸ਼ਾਹ ਕਹਿੰਦੇ ਨੇ ਜਿਉਂ-ਜਿਉਂ ਉਸ ਨੂੰ ਤੁਸੀਂ ਆਖੋਗੇ ਵੱਡਾ, ਉਹ ਹੋਰ ਵੱਡਾ ਹੋ ਜਾਂਦਾ, ਹੋਰ ਵੱਡਾ ਹੋ ਜਾਂਦਾ। ਜਿੱਥੇ ਸਾਡੀ ਸੋਚ ਜਾ ਕੇ ਰੁਕ ਜਾਂਦੀ ਹੈ, ਉਸ ਤੋਂ ਫੇਰ ਅੱਗੇ ਉਹ ਮੇਰਾ ਮਾਲਕ ਹੋਰ ਅੱਗੇ ਕੋਈ ਸਿਮਰਨ ਕਰ ਰਿਹਾ, ਪਰ ਕੋਈ ਦਾਵਾ ਨਹੀਂ ਕਰ ਸਕਦਾ ਕਿ ਅਸੀਂ ਉਸ ਕਰਤੇ ਪੁਰਖ ਦਾ ਅੰਤ ਪਾ ਲਿਆ। ਹੋਰ ਵਿਸ਼ਾਲਤਾ ਵਿੱਚ ਸੋਚ ਜਿਹੜਾ ਹੈ ਉਹ ਚਲੀ ਜਾਂਦੀ ਹੈ। ਕਿਉਂ? ਕਿਉਂਕਿ ਗੁਰਦੇਵ ਕਹਿੰਦੇ ਨੇ ਵੱਡਾ ਸਾਹਿਬ, ਮੇਰਾ ਮਾਲਕ ਉਹ ਵੱਡਾ, ਇਹਨੂੰ ਸਾਹਿਬ ਨਹੀਂ ਕਹਿਣਾ, ਸਾਹਿਬ ਹਾਹੇ ਨੂੰ ਸਿਹਾਰੀ ਲੱਗੀ ਹੋਈ ਹੈ। ਇਸੇ ਤਰ੍ਹਾਂ ਬਹੁਤਾ ਕਈ ਪੜ੍ਹ ਦਿੰਦੇ ਨੇ, ਬਹੁਤਾ ਹਾਹੇ ਨੂੰ ਵੀ ਜਿਹੜੀ ਔਂਕੜ ਉਚਾਰਨ ਕਰਨੀ ਹੈ। ਪਾਤਸ਼ਾਹ ਕਹਿੰਦੇ ਨੇ ਵੱਡਾ ਸਾਹਿਬ, ਮੇਰਾ ਉਹ ਸਾਹਿਬ, ਮੇਰਾ ਉਹ ਮਾਲਕ ਬਹੁਤ ਵੱਡਾ ਹੈ। ਉੱਚਾ ਥਾਂ, ਉਹਦਾ ਟਿਕਾਣਾ ਜਿਹੜਾ ਹੈ ਉਹ ਉੱਚਾ ਹੈ। ਟਿਕਾਣੇ ਤੋਂ ਮਤਲਬ ਇਹ ਨਾ ਲੈਣਾ ਕਿ ਜਿਵੇਂ ਮੁਸਲਮਾਨ ਵੀਰ ਕਹਿੰਦੇ ਵੀ ਉਹ ਕਿਤੇ 7ਵੇਂ ਅਸਮਾਨ 'ਤੇ ਰਹਿੰਦਾ ਹੈ, ਨਹੀਂ। ਯਾਦ ਰੱਖੋ, ਵੈਸੇ ਤਾਂ ਮੈਂ ਬੇਨਤੀ ਕਰਾਂ ਕਿ 10ਵੇਂ ਦੁਆਰ ਵੀ ਉੱਚਾ ਹੀ ਹੈ। ਮੇਰਾ ਮਾਲਕ ਜਿੱਥੇ ਉਹ ਵਸਦਾ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਉਹਦਾ ਟਿਕਾਣਾ ਉੱਚਾ ਹੈ। ਉੱਚੇ ਉੱਪਰ ਉੱਚਾ ਨਾਉ, ਪਾਤਸ਼ਾਹ ਕਹਿੰਦੇ ਉਸ ਦਾ ਨਾਮਣਾ ਵੀ ਹੋਰ ਉੱਚਾ ਹੈ। ਏਵੜ ਉੱਚਾ ਹੋਵੇ ਕੋਏ, ਕੋਈ ਹੈ ਕਰਤੇ ਪੁਰਖ ਜਿੰਨਾ ਉੱਚਾ? ਤੇ ਪਾਤਸ਼ਾਹ ਕਹਿੰਦੇ ਕੋਈ ਉਹਦੇ ਜਿੰਨਾ ਉੱਚਾ ਹੋਵੇ, ਉਹਦੇ ਜਿੰਨਾ ਮਹਾਨ ਹੋਵੇ, ਵੱਡਾ ਹੋਵੇ। ਤਿਸ ਉੱਚੇ ਕੋ ਜਾਣੇ ਸੋਏ, ਪਾਤਸ਼ਾਹ ਕਹਿੰਦੇ ਫੇਰ ਕੋਈ ਜਾਣੇ ਜਿਹੜਾ ਹੈ ਉਹ ਕਿੱਡਾ ਉੱਚਾ ਹੈ। ਪਰ ਮੇਰੇ ਮਾਲਕ ਕਹਿੰਦੇ ਨੇ ਮੈਂ ਵੇਖਿਆ, ਮੈਂ ਪੇਖਿਓ ਰੀ ਮੋਹਨ ਸਭ ਤੇ ਉੱਚਾ। ਕਹਿਣ ਲੱਗੇ ਮੈਂ ਆਪਣਾ ਮੋਹਨ ਵੇਖਿਆ, ਉਹ ਸਭ ਤੋਂ ਉੱਚਾ ਹੈ, ਸਭ ਤੋਂ ਵੱਡਾ ਹੈ, ਸਭ ਤੋਂ ਮਹਾਨ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜੇਵੜ ਆਪ ਜਾਣੈ ਆਪ ਆਪ। ਸਤਿਗੁਰੂ ਪਾਤਸ਼ਾਹ ਫਿਰ ਨਿਮਰਤਾ ਦੇ ਘਰ ਵਿੱਚ ਆਉਂਦੇ ਨੇ ਤੇ ਨਿਮਰਤਾ ਦੇ ਨਾਲ ਸਤਿਗੁਰੂ ਬੇਨਤੀ ਕਰਦੇ, ਭਾਈ ਉਹਦੇ ਕਰਤੇ ਪੁਰਖ ਦੀਆਂ ਸਿਫਤਾਂ ਦੇ, ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਉਹਨੂੰ ਜਾਣਨਾ ਬੜਾ ਮੁਸ਼ਕਲ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਉਹ ਜਿੱਡਾ ਵੱਡਾ ਹੈ ਉਹ ਆਪ ਹੀ ਜਾਣਦਾ ਉਹ ਕਿੱਡਾ ਵੱਡਾ ਹੈ। ਨਾਨਕ ਨਦਰੀ ਕਰਮੀ ਦਾਤ। ਪਰ ਹਾਂ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਇਹ 2-3 ਗੱਲਾਂ ਦਾ ਧਿਆਨ ਰੱਖਣਾ ਹੈ। ਇੱਕ ਤਾਂ ਨਦਰੇ ਕਰਮ, ਤੇ ਕਰਮ ਦਾ ਅਰਥ ਹੁੰਦਾ ਬਖਸ਼ਿਸ਼। ਨਦਰ ਕਰਮ ਅਤੇ ਦਾਤ, ਜਿਸ ਤੇ ਨਦਰੇ ਇਨਾਇਤ ਹੋ ਜਾਂਦੀ ਹੈ ਉਸ ਤੇ ਮਾਲਕ ਬਖਸ਼ਿਸ਼ ਕਰਦਾ ਹੈ ਤੇ ਫਿਰ ਉਸ ਨੂੰ ਨਾਮ ਦੀ ਦਾਤ ਉਹਦੀ ਝੋਲੀ ਵਿੱਚ ਪਾ ਦਿੰਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਹਰੇਕ ਦਾਤ ਮੇਹ ਦੀ ਨਜ਼ਰ ਨਾਲ ਅਕਾਲ ਪੁਰਖ ਜਿਹੜਾ ਹੈ ਉਹ ਬਖਸ਼ ਦਿੰਦਾ ਹੈ। ਨਦਰ ਕਰੇ ਤਾਂ ਸਿਮਰਿਆ ਜਾਏ, ਜੇ ਉਹ ਨਦਰ ਕਰ ਦੇਵੇ ਤਾਂ ਭਾਈ ਉਸ ਨੂੰ ਸਿਮਰੀਏ, ਉਹਦੀ ਸਿਫਤ ਸਲਾਹ ਕਰੀਏ। ਪਾਤਸ਼ਾਹ ਬਖਸ਼ਿਸ਼ ਕਰਨ। ਆਓ ਇਸ ਪੌੜੀ ਵਿੱਚ ਮੇਰੇ ਮਾਲਕ ਜਿਹੜਾ ਹੈ ਜੋ ਵਿਚਾਰ ਬਖਸ਼ਿਸ਼ ਕਰ ਰਹੇ ਨੇ ਉਸ ਨੂੰ ਹੋਰ ਚੰਗੀ ਤਰ੍ਹਾਂ ਸਤਿਕਾਰਯੋਗ ਵੀਰ ਜੀ ਪਾਸੋਂ ਸਮਝਣ ਦਾ ਆਪਾਂ ਯਤਨ ਕਰੀਏ ਜੀ। ਜਦੋਂ ਕਿਸੇ ਬਾਰੇ ਕੋਈ ਗੱਲ ਸਮਝਣੀ ਹੋਵੇ ਜਾਂ ਸਮਝਾਣੀ ਹੋਵੇ ਨਾ, ਤੇ ਆਪਾਂ ਅਕਸਰ ਉਹਦੇ ਬਾਰੇ ਗੱਲਾਂ ਕਰਦੇ ਹਾਂ, ਬੋਲਦੇ ਹਾਂ। ਪਰ ਬੋਲਣ ਦੀ ਇੱਕ ਕੈਪੈਸਿਟੀ ਹੈ। ਤੁਸੀਂ ਵੇਖੋ, ਤੁਸੀਂ ਕਿੰਨਾ ਬੋਲ ਲਓਗੇ? 5 ਘੰਟੇ, 10 ਘੰਟੇ, 20 ਘੰਟੇ, ਫਿਰ ਬਾਅਦ 'ਚ ਕੀ ਕਹੋਗੇ? ਮੇਰਾ ਗਲਾ ਥੱਕ ਗਿਆ, ਬਹਿ ਗਿਆ। ਹਜ਼ੂਰ ਕਹਿਣ ਲੱਗੇ ਰੱਬ ਇਤਨਾ ਜ਼ਿਆਦਾ ਬੇਅੰਤ ਹੈ ਵੀ ਕਹਿਣ ਦੇ ਨਾਲ ਵੀ ਤੁਸੀਂ ਉਹਦਾ ਅੰਤ ਨਹੀਂ ਪਾ ਸਕਦੇ। ਉਹਦੀਆਂ ਗੱਲਾਂ ਦਾ ਵਰਣਨ ਕਰੋ, ਉਹਦੀਆਂ ਬਣਾਈਆਂ ਹੋਈਆਂ ਦਾਤਾਂ ਨੂੰ ਗਿਣਨਾ ਹੀ ਸ਼ੁਰੂ ਕਰ ਦਈਏ ਨਾ ਤੇ ਸਾਡਾ ਗਲਾ ਥੱਕ ਜਾਏਗਾ। ਫਿਰ ਗਲੇ ਦੇ ਨਾਲੋਂ ਅੱਖਾਂ ਦੀ ਜਿਹੜੀ ਸੀਮਾ ਹੈ ਉਹ ਵੱਡੀ ਹੈ। ਮੈਂ ਇੱਥੋਂ ਲੈ ਕੇ ਕਿਲੋਮੀਟਰ ਤੱਕ ਜਿੰਨੀਆਂ ਚੀਜ਼ਾਂ ਨੇ ਉਹਨੂੰ ਬੋਲਣਾ ਹੋਵੇ ਤਾਂ ਸਮਾਂ ਲੱਗੇਗਾ, ਪਰ ਜੇ ਦੇਖਣਾ ਹੋਵੇ ਤਾਂ
ਸਮਾਂ ਨਹੀਂ ਲੱਗੇਗਾ, ਫਿਰ ਮੈਂ ਅੱਖਾਂ ਚੁੱਕ ਕੇ ਦੇਖ ਸਕਦਾ। ਚਲੋ ਜੇ ਰੱਬ ਦੀ ਬਣਾਈ ਹੋਈ ਦਾਤ ਨੂੰ ਅਸੀਂ ਵਰਣਨ ਨਹੀਂ ਕਰ ਸਕਦੇ, ਵੇਖ ਹੀ ਲਈਏ। ਐਡੀ ਵੱਡੀ ਐਗਜ਼ੀਬਿਸ਼ਨ ਲੱਗੀ ਹੋਈ ਹੈ, ਇੱਦਾਂ ਸਮਝ ਲਈਏ ਪ੍ਰਦਰਸ਼ਨੀ ਹੈ ਮੇਰੇ ਮਾਲਕ ਨੇ ਲਾਈ। ਕੋਈ ਕਹਿ ਸਕਦਾ ਸਾਡੇ ਵਿੱਚੋਂ ਕਿ ਮੈਂ ਸਾਰੀ ਦੇਖ ਲਈ ਹੈ, ਮੈਂ ਸਾਰੇ ਤਾਰੇ ਦੇਖ ਲਏ ਨੇ, ਮੈਂ ਸਾਰੇ ਗ੍ਰਹਿ ਦੇਖ ਲਏ ਨੇ, ਮੈਂ ਸਾਰੇ ਸ਼ਹਿਰ ਵੇਖ ਲਏ ਨੇ, ਸਾਰੀ ਧਰਤੀ ਵੇਖ ਲਈ ਹੈ, ਸਾਰਾ ਸਮੁੰਦਰ ਵੇਖ ਲਿਆ, ਸਾਰੇ ਜੀਵ ਦੇਖ ਲਏ ਨੇ, ਸਾਰੇ ਪਹਾੜ ਵੇਖ ਲਏ ਨੇ, ਸਾਰੀ ਬਨਸਪਤੀ ਵੇਖ ਲਈ ਹੈ। ਕੋਈ ਕਹਿ ਸਕਦਾ? ਨਹੀਂ ਨਾ। ਵੇਖਣ ਦੇ ਨਾਲ ਵੀ ਅੰਤ ਨਹੀਂ। ਸਾਡੀ ਇਹ ਸੀਮਾ ਵੀ ਜਿਹੜੀ ਜਵਾਬ ਦੇ ਜਾਂਦੀ ਹੈ, ਰੱਬ ਜੀ ਨੇ ਇੰਨਾ ਕੁਝ ਬਣਾਇਆ ਹੈ, ਅਸੀਂ ਵੇਖ ਵੀ ਨਹੀਂ ਸਕਦੇ ਸਭ ਕੁਝ। ਪਰ ਵੇਖਣ ਦੀ ਵੀ ਇੱਕ ਪਾਬੰਦੀ ਹੋ ਜਾਂਦੀ ਹੈ। ਆਹ ਇੱਕ ਕੰਧ ਆ ਗਈ, ਇਹਦੇ ਪਿੱਛੇ ਕੀ ਹੈ ਹੁਣ? ਇਹ ਮੈਂ ਵੇਖ ਨਹੀਂ ਸਕਾਂਗਾ। ਉਹਦੀ ਵੀ ਇੱਕ ਸੀਮਾ ਹੈ। ਕੰਨ ਦੀ ਸੀਮਾ ਉਹ ਤੋਂ ਵੀ ਜ਼ਿਆਦਾ ਹੈ। ਇਹਦੇ ਪਿੱਛੇ ਕੋਈ ਬੋਲੇ ਮੈਨੂੰ ਸੁਣ ਜਾਏਗਾ। ਅਸੀਂ ਵੇਖਣਾ ਹੋਵੇ ਤੇ ਉਸ ਚੀਜ਼ ਤੱਕ ਜਾਣਾ ਪਵੇਗਾ, ਘੁੰਮਣਾ ਪਏਗਾ। ਪਰ ਜੇ ਸੁਣ ਲਈਏ ਕਮਰੇ ਵਿੱਚ ਬੈਠ ਕੇ ਹੀ, ਰੇਡੀਓ ਦੇ ਰਾਹੀਂ, ਟੈਲੀਵਿਜ਼ਨ ਦੇ ਰਾਹੀਂ, ਮੋਬਾਈਲ ਦੇ ਰਾਹੀਂ ਆਪਾਂ ਕਿੰਨਾ ਕੁ ਸੁਣ ਸਕਦੇ ਹਾਂ? ਸੁਣਦੇ ਆ ਨਾ। ਸੁਣਨ ਦੀ ਸੀਮਾ ਹੋਰ ਜ਼ਿਆਦਾ ਹੈ। ਇੱਥੇ ਬੈਠੇ ਚੰਦਰਮਾ ਦੀਆਂ ਗੱਲਾਂ ਸੁਣ ਲੈਂਦੇ ਹਾਂ, ਅਸੀਂ ਸੂਰਜ ਦੀਆਂ ਗੱਲਾਂ ਸੁਣ ਲੈਂਦੇ ਹਾਂ, ਅਮਰੀਕਾ ਕੈਨੇਡਾ ਦੀਆਂ ਗੱਲਾਂ ਸੁਣ ਲੈਂਦੇ ਹਾਂ। ਹਜ਼ੂਰ ਨੇ ਤਿੰਨੇ ਗੱਲਾਂ ਦੀ ਗੱਲ ਕੀਤੀ। ਕਹਿਣ ਨਾਲ ਵੀ ਅੰਤ ਨਹੀਂ, ਵੇਖਣ ਨਾਲ ਵੀ ਅੰਤ ਨਹੀਂ, ਤੇ ਸੁਣਨ ਨਾਲ ਵੀ ਰੱਬ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ਤਾਂ ਇਤਨਾ ਜ਼ਿਆਦਾ ਬੇਅੰਤ ਹੈ। ਸਤਿਗੁਰ ਕਿਉਂ ਸਾਨੂੰ ਸਮਝਾਉਣਾ ਚਾਹੁੰਦੇ ਨੇ? ਸਾਡੇ ਅੰਦਰ ਰੱਬ ਜੀ ਦਾ ਸਤਿਕਾਰ ਉਦੋਂ ਹੀ ਵਧੇਗਾ, ਰੱਬ ਜੀ ਦੇ ਨਾਲ ਪਿਆਰ ਉਦੋਂ ਵਧੇਗਾ ਜਦੋਂ ਉਹਦੇ ਗੁਣਾਂ ਨੂੰ ਮਹਿਸੂਸ ਕਰਾਂਗੇ। ਅਸੀਂ ਉਹਦਾ ਅੰਤ ਨਹੀਂ ਪਾ ਸਕਦੇ। ਹਾਂ, ਉਹਦੀਆਂ ਸਿਫਤਾਂ ਨੂੰ ਵੇਖ ਕੇ ਅਸੀਂ ਉਹ ਤੋਂ ਬਲਿਹਾਰੇ ਬਲਿਹਾਰੇ ਜਾ ਸਕਦੇ ਹਾਂ। ਆਪਾਂ ਬਲਿਹਾਰੇ ਬਲਿਹਾਰੇ ਜਾਈਏ, ਅੰਤ ਪਾਉਣ ਦਾ ਯਤਨ ਨਾ ਕਰੀਏ। ਆਪਾਂ ਬਲਿਹਾਰੇ ਜਾਂਦੇ ਹਾਂ ਕਿਹਨਾਂ ਕੋਲ ਭਲਾ? ਮੋਬਾਈਲ ਕਿਹਨੇ ਬਣਾਇਆ ਹੋਏਗਾ? ਕਮਾਲ ਦਾ ਬੰਦਾ ਉਹ। ਜਹਾਜ਼ ਕਿਹਨੇ ਬਣਾਇਆ ਹੋਏਗਾ? ਰਾਕਟ ਕਿਹਨੇ ਬਣਾਇਆ ਹੋਏਗਾ? ਆਹ ਖੋਜ ਕਿਹਨੇ ਕੀਤੀ ਹੋਏਗੀ? ਉਹ ਖੋਜ ਕਿਹਨੇ ਕੀਤੀ ਹੋਏਗੀ? ਅੱਜ ਪੜ੍ਹਾਇਆ ਜਾ ਰਿਹਾ ਹੈ ਸਾਡੀਆਂ ਵੱਡੀਆਂ ਕਲਾਸਾਂ ਵਿੱਚ ਵੀ ਨਿਊਟਨ ਕੌਣ ਹੈ ਤੇ ਆਇਨਸਟਾਈਨ ਕੌਣ ਹੈ। ਅਸੀਂ ਯਾਦ ਕਰਦੇ ਹਾਂ ਨਾ ਉਹਨਾਂ ਨੂੰ। ਪਰ ਜਿਹੜਾ ਐਡਾ ਵੱਡਾ ਕਰਤਾ ਹੈ, ਉਹਦੇ ਬਾਰੇ ਕਦੇ ਖਿਆਲ ਹੀ ਨਹੀਂ ਆਇਆ, ਉਹਦੇ ਬਾਰੇ ਕਦੇ ਅਹਿਸਾਸ ਹੀ ਨਹੀਂ ਆਇਆ। ਤੁਸੀਂ ਵੇਖੋ ਇੱਕ ਬੰਦੇ ਦੀ ਕਿੰਨੀ ਕੁ ਸੀਮਾ ਹੈ, ਕਿੰਨਾ ਕੁ ਬਣਾ ਸਕਦਾ ਉਹ। ਲੋਹੇ ਵਾਲਾ ਕੰਮ ਕਰਨ ਵਾਲਾ ਲੱਕੜੀ ਦਾ ਕੰਮ ਨਹੀਂ ਕਰ ਸਕਦਾ। ਲੱਕੜੀ ਦਾ ਕੰਮ ਕਰਨ ਵਾਲਾ ਲੋਹੇ ਦਾ ਕੰਮ ਨਹੀਂ ਕਰ ਸਕਦਾ। ਆ ਇੱਕ ਮਾਮੂਲੀ ਜਿਹਾ ਮਕਾਨ ਬਣਾਉਣਾ ਹੋਵੇ ਨਾ, ਮਕਾਨ ਬਣਾਉਣਾ ਹੋਵੇ, ਉਹਦੇ ਵਾਸਤੇ ਮਿਸਤਰੀ ਚਾਹੀਦਾ ਹੈ। ਤੇ ਮਿਸਤਰੀ ਆ ਕੇ ਕਵੇ ਮਜ਼ਦੂਰ ਕਿੱਥੇ ਹੈ? ਜਿਹੜਾ ਕੰਮ ਮਜ਼ਦੂਰ ਦਾ ਉਹਨੇ ਕਰਨਾ, ਮੈਂ ਨਹੀਂ ਕਰਨਾ, ਉਹਦੇ ਵਾਸਤੇ ਮਜ਼ਦੂਰ ਚਾਹੀਦਾ। ਜਦੋਂ ਇਹ ਲੱਗੇ ਹੋਣਗੇ ਤੇ ਅਸੀਂ ਕਹੀ ਬਣ ਗਿਆ, ਉਹ ਕਹਿਣ ਕਿੱਥੇ ਬਣ ਗਿਆ? ਲੱਕੜੀ ਦਾ ਕੰਮ ਕਰਾਉਣਾ, ਦਰਵਾਜ਼ੇ ਲਾਉਣੇ ਹੈ, ਉਹਦੇ ਵਾਸਤੇ ਉਹ ਬੰਦੇ ਅਲੱਗ ਚਾਹੀਦੇ ਹੈ। ਫਿਰ ਉਹਨਾਂ ਤੋਂ ਬਾਅਦ ਕਹੀਏ ਕੰਮ ਹੋ ਗਿਆ, ਕਹਿੰਦੇ ਕਿੱਥੇ ਕੰਮ ਹੋ ਗਿਆ? ਸ਼ੀਸ਼ੇ ਲੱਗਣੇ ਹੈ, ਉਹਦੇ ਵਾਸਤੇ ਬੰਦੇ ਹੋਰ ਚਾਹੀਦੇ ਹੈ। ਫਿਰ ਕਹੀਏ ਵੀ ਹੁਣ ਬਣ ਗਿਆ, ਕਹਿੰਦੇ ਨਹੀਂ ਨਹੀਂ, ਸੈਨੇਟਰੀ ਦਾ ਕੰਮ ਕੌਣ ਕਰੇਗਾ? ਜਿਹੜਾ ਬਾਥਰੂਮ ਦੇ ਵਿੱਚ ਸਾਰੀ ਫਿਟਿੰਗ ਕਰਨੀ ਹੈ, ਨਾਲੀਆਂ ਦੀ ਪਾਈਪਲਾਈਨ ਪਾਉਣੀ ਹੈ, ਉਹ ਬੰਦੇ ਅਲੱਗ ਚਾਹੀਦੇ ਨੇ। ਉੱਥੇ ਖਰਚਾ ਕੀਤਾ, ਫਿਰ ਕਹੀਏ ਵੀ ਕੰਮ ਹੋ ਗਿਆ, ਕਹਿੰਦੇ ਕਿੱਥੇ ਕੰਮ ਹੋ ਗਿਆ? ਪੇਂਟ ਕਿਹਨੇ ਕਰਨਾ, ਰੰਗ ਕਿਹਨੇ ਕਰਨਾ, ਉਹ ਬੰਦੇ ਹੋਰ ਚਾਹੀਦੇ ਨੇ। ਬਿਜਲੀ ਦੀਆਂ ਫਿਟਿੰਗ ਕਰਨ ਵਾਲੇ ਬੰਦੇ ਹੋਰ ਚਾਹੀਦੇ ਨੇ। ਇੱਕ ਮਾਮੂਲੀ ਜਿਹਾ ਮਕਾਨ ਬਣਾਉਣਾ ਹੋਵੇ, ਕਿੰਨੇ ਬੰਦਿਆਂ ਦੀ ਉੱਥੇ ਲੋੜ ਪੈਂਦੀ ਹੈ। ਹੁਣ ਦੇਖੋ ਰੱਬ ਵਿੱਚ ਕਿੰਨੀਆਂ ਸਿਫਤਾਂ ਹੈ, ਅੰਤ ਨਾ ਸਿਫਤੀ ਮਹਿਸੂਸ ਕਰੀਏ। ਆਹ ਰੱਬ ਨੇ ਘਰ ਬਣਾਇਆ, ਸਾਡਾ ਘਰ ਹੀ ਹੈ ਨਾ, ਘਰ ਹੀ ਹੈ ਨਾ ਵਾਲਾ, ਇਹਨੂੰ ਗ੍ਰਹਿ ਹੀ ਕਹਿੰਦੇ ਆ। ਇਹਦੇ ਵਿੱਚ ਕੰਮ ਵੇਖੋ ਕੈਸਾ ਹੋਇਆ। ਹੱਡੀਆਂ ਦੀ ਚਣਾਈ ਨਹੀਂ ਕੀਤੀ ਮੇਰੇ ਮਾਲਕ ਨੇ, ਉਹਨੇ ਕੀਤੀ ਨਾ। ਇਹਦੇ ਉੱਤੇ ਪਲਸਤਰ ਨਹੀਂ ਕੀਤਾ ਮੇਰੇ ਮਾਲਕ ਨੇ ਚਮੜੀ ਦੇ ਰੂਪ ਦਾ। ਇਹਦੇ 'ਚ ਰੰਗ ਨਹੀਂ ਭਰਿਆ, ਬੁੱਲਾਂ ਦਾ ਰੰਗ ਹੋਰ ਹੈ, ਵਾਲਾਂ ਦਾ ਰੰਗ ਹੋਰ ਹੈ, ਅੱਖਾਂ ਵੇਖੋ ਕਾਲਾ ਹਿੱਸਾ ਹੈ, ਚਿੱਟਾ ਹਿੱਸਾ ਹੈ, ਨੋਹਾਂ ਦਾ ਰੰਗ ਹੋਰ ਹੈ, ਅਗਲੀ ਹਥੇਲੀ ਦਾ ਰੰਗ ਹੋਰ ਹੈ, ਬੈਕ ਸਾਈਡ ਦਾ ਰੰਗ ਹੋਰ ਹੈ। ਪਰ ਕਾਰੀਗਰ ਵੀ 25 ਨਹੀਂ ਹੈ, ਇਕੱਲਾ ਹੀ ਹੈ ਕਰਨ ਵਾਲਾ। ਇਹ 'ਚ ਪਾਈਪਲਾਈਨ ਨਹੀਂ ਵਿਛਾਈ,
ਔਰ ਐਡੀ ਵੱਡੀ ਪਾਈਪਲਾਈਨ ਵਿਛਾਈ। ਸਾਇੰਸ ਕਹਿੰਦੀ ਹੈ ਜੇ ਇੱਕ ਬੰਦੇ ਦੀਆਂ ਸਾਰੀਆਂ ਨਾੜਾਂ ਕੱਢ ਲਈਆਂ ਜਾਣ, ਛੋਟੀਆਂ ਵੱਡੀਆਂ, ਇੱਕ ਦੂਜੇ ਨਾਲ ਜੋੜ ਦਿੱਤੀਆਂ ਜਾਣ, ਤੇ ਧਰਤੀ ਦੇ 3 ਚੱਕਰ ਲੱਗ ਸਕਦੇ ਆ ਲਗਭਗ। ਐਡੀ ਵੱਡੀ ਪਾਈਪਲਾਈਨ ਇੰਨੇ ਕੁ ਸਰੀਰ 'ਚ ਵਿਛਾ ਦਿੱਤੀ ਕਿ ਧਰਤੀ ਦੇ 3 ਚੱਕਰ ਲੱਗ ਜਾਣ। ਅੰਤ ਨਾ ਸਿਫਤੀ ਕਹਿਣ ਨਾ ਅੰਤ। ਉਹਨੇ ਕੀਤਾ। ਫਿਰ ਕਿ ਉਹਨੇ ਸ਼ੀਸ਼ੇ ਨਹੀਂ ਲਾਏ, ਅੱਖਾਂ ਰੂਪੀ ਸ਼ੀਸ਼ੇ? ਹੈ ਕੋਈ ਇਹੋ ਜਿਹਾ ਸ਼ੀਸ਼ਾ ਬਣਾਉਣ ਵਾਲਾ? ਉਹਨੇ ਆ ਖਿੜਕੀਆਂ ਦਾ ਇੰਤਜ਼ਾਮ ਨਹੀਂ ਰੱਖਿਆ ਹਵਾ ਵਾਸਤੇ? ਸਾਰਾ ਕੁਝ ਹੀ ਉਹਨੇ ਕੀਤਾ। ਉਹਨੇ ਤਾਂ ਮੋਟਰ ਵੀ ਲਾ ਕੇ ਦਿੱਤੀ ਹੈ ਕਿ ਨਹੀਂ ਲਾ ਕੇ ਦਿੱਤੀ? ਮੋਟਰ ਜਿਹੜੀ ਆਪਣੇ ਵੱਡੀ ਤੋਂ ਵੱਡੀ ਕੰਪਨੀ ਵਾਲੀ ਹੋਵੇ, ਚਲਾ ਕੇ ਵੇਖੋ ਉਹਨੂੰ 2 ਦਿਨ 3 ਦਿਨ ਲਗਾਤਾਰ, ਦੇਖੋ ਕਿਵੇਂ ਧੂੰਆਂ ਛੱਡਦੀ ਉਹ। ਪਰ ਇੱਥੇ ਤਾਂ 50 70 ਸਾਲ ਹੋ ਗਏ ਕਈਆਂ ਦੀ ਮੋਟਰਾਂ ਚੱਲਦੀਆਂ ਹਾਰਟ ਦੀਆਂ। ਥੋੜ੍ਹਾ ਝਟਕਾ ਲੱਗੇ ਫਿਰ ਰਿਪੇਅਰ ਵਾਸਤੇ ਕਿੰਨਾ ਕੁ ਸਮਾਂ ਲੱਗਦਾ, ਕੀ ਹਾਲਤ ਹੁੰਦੀ ਹੈ ਪਤਾ ਹੀ ਹੈ ਨਾ। ਉਹਨੇ ਫਰੀ ਵਿੱਚ ਸਾਨੂੰ ਸਭ ਕੁਝ ਦਿੱਤਾ। ਕਿਹੜੀ ਮਸ਼ੀਨ ਹੈ ਐਸੀ ਐਡੀ ਤਰੱਕੀ ਕਰ ਲਈ ਬੰਦੇ ਨੇ, ਉਹ 'ਚ ਫਰੂਟ ਪਾ ਦਈਏ, ਉਹ 'ਚ ਰੋਟੀ ਪਾ ਦਈਏ, ਉਹਦੇ ਵਿੱਚ ਸਭ ਕੁਝ ਪਾ ਦਈਏ ਅਤੇ ਇੱਧਰੋਂ ਖੂਨ ਨਿਕਲ ਆਵੇ? ਹੈ ਕੋਈ ਐਸੀ ਮਸ਼ੀਨ ਬਣਾ ਸਕੇ ਬੰਦਾ? ਰੱਬ ਨੇ ਬਣਾਈ ਮਸ਼ੀਨ। ਅਸੀਂ ਰੋਟੀ ਖਾਂਦੇ ਹਾਂ, ਰੋਟੀ ਦਾ ਕੀ ਬਣਦਾ? ਖੂਨ ਬਣਦਾ। ਜਦੋਂ ਅਸੀਂ ਆਪਣੇ ਇਸ ਮਕਾਨ ਨੂੰ ਵੇਖ ਲਵਾਂਗੇ ਪਤਾ ਲੱਗ ਜਾਏਗਾ ਰੱਬ ਕਿੰਨੀਆਂ ਸਿਫਤਾਂ ਦਾ ਮਾਲਕ ਹੈ। ਇੱਕ ਮਾਮੂਲੀ ਜਿਹਾ ਮਕਾਨ ਬਣਾਉਣਾ ਹੋਵੇ ਇੰਨੇ ਕਾਰੀਗਰਾਂ ਦੀ ਲੋੜ ਪੈਂਦੀ ਹੈ। ਆਹ ਕੀਮਤੀ ਮਕਾਨ ਬਣਾਇਆ ਮੇਰੇ ਮਾਲਕ ਨੇ, ਔਰ ਇੰਨੇ ਕਮਾਲ ਦਾ ਮਕਾਨ ਇਹ ਵਾਲਾ ਬਣਾਇਆ ਕਿ ਤੁਰਦਾ ਫਿਰਦਾ ਹੈ, ਪਰ ਉਹਨੇ ਇਕੱਲੇ ਨਹੀਂ ਬਣਾ ਦਿੱਤਾ। ਕਿੰਨੀਆਂ ਸਿਫਤਾਂ ਦਾ ਮਾਲਕ ਹੈ। ਤੁਸੀਂ ਵੇਖੋ ਕਾਰੀਗਰ ਕੈਸਾ ਹੈ ਉਹ। ਰੇਤ ਦਾ ਛੋਟਾ ਜਿਹਾ ਕਿਣਕਾ ਕਿਹਨੇ ਬਣਾਇਆ? ਰੱਬ ਜੀ ਨੇ। ਐਡਾ ਵੱਡਾ ਪਹਾੜ ਕਿਹਨੇ ਬਣਾਇਆ? ਸਾਨੂੰ ਲੱਗਦਾ ਵੀ 2 ਅਲੱਗ ਪ੍ਰਕਾਰ ਦੀਆਂ ਇਹ ਚੀਜ਼ਾਂ ਹੈ, ਅਲੱਗ-ਅਲੱਗ ਕਾਰੀਗਰ ਹੋਣਗੇ, ਨਹੀਂ ਉਹੀ ਹੈ। ਚੰਦਰਮਾ ਨੂੰ ਰਾਤ ਵੇਖੋ, ਵੇਖੀ ਜਾਂਦਾ ਬੰਦਾ, ਬੜਾ ਚੰਗਾ ਲੱਗਦਾ ਹੈ, ਬੜਾ ਠੰਡਾ ਲੱਗਦਾ ਹੈ, ਤੇ ਸੂਰਜ ਬੜਾ ਗਰਮ ਹੈ। ਦੋਹਾਂ ਦਾ ਸੁਭਾਅ ਅਲੱਗ ਹੈ। ਬਣਾਇਆ ਕਿਹਨੇ ਹੈ? ਇੱਕ ਨੇ ਬਣਾਇਆ। ਐਡੀ ਛੋਟੀ ਜਿਹੀ ਕੀੜੀ, ਐਡਾ ਵੱਡਾ ਹਾਥੀ, ਇੰਨਾ ਛੋਟਾ ਜਿਹਾ ਘਾਹ ਦਾ ਤਿਨਕਾ, ਐਡਾ ਵੱਡਾ ਬੋਹੜ ਦਾ ਦਰਖਤ, ਬਣਾਇਆ ਕਿਹਨੇ ਹੈ? ਉਸ ਇੱਕ ਨੇ ਬਣਾਇਆ। ਕਿ ਤੁਸੀਂ ਵੇਖੋ ਮੋਰ ਦੇ ਪੰਖਾਂ 'ਚ ਰੰਗ ਭਰਨ ਵਾਲਾ, ਤਿਤਲੀ ਦੇ ਖੰਭਾਂ ਵਿੱਚ ਰੰਗ ਭਰਨ ਵਾਲਾ, ਕਿੰਨੇ ਐਸੇ ਜਾਨਵਰ ਨੇ ਜਿਹਨਾਂ ਸਰੀਰ ਦੇ ਉੱਤੇ ਧਾਰੀਆਂ, ਕਿੰਨੇ ਕਿੰਨੇ ਸੋਹਣੇ ਟਿਮਕਣੇ, ਦੇਖ ਦੇਖ ਕੇ ਜੀ ਕਹਿੰਦਾ ਫੋਟੋ ਖਿੱਚ ਲਈਏ, ਇਸ ਦੀ ਘਰ 'ਚ ਲਾਈਏ, ਕਿੰਨੀ ਸੋਹਣੀ ਹੈ। ਉਹ ਰੰਗ ਕਿਹਨੇ ਭਰੇ? ਮੇਰੇ ਮਾਲਕ ਨੇ ਭਰੇ। ਹਜ਼ੂਰ ਕਹਿਣ ਲੱਗੇ ਉਹ ਇੰਨੀਆਂ ਸਿਫਤਾਂ ਦਾ ਮਾਲਕ ਹੈ ਕਿ ਜੋ ਤੂੰ ਦੇਖ ਰਿਹਾ ਹੈ ਨਾ, ਤੂੰ ਇਹਦੇ ਵਿੱਚੋਂ ਦੇਖ ਰੱਬ ਦੀਆਂ ਸਿਫਤਾਂ। ਕਿਸੇ ਦੀਆਂ ਸਿਫਤਾਂ ਦੇਖਣੀਆਂ ਹੋਣ ਤੇ ਕੀ ਢੰਗ ਹੈ ਭਲਾ? ਉਹਦੇ ਕੀਤੇ ਕੰਮ ਦੇਖੋ। ਜਿੰਨਾ ਕੰਮ ਵਧੀਆ ਹੋਏਗਾ ਉਨਾ ਵਧੀਆ ਕਾਰੀਗਰ ਹੋਏਗਾ। ਜਾਂ ਸੁਣ ਲਓ ਕਿਸੇ ਕੋਲੋਂ ਜਿਹਨੇ ਕੰਮ ਕਰਾਇਆ ਹੋਵੇ, ਭਾਈ ਉਹ ਬੰਦਾ ਕਿਹੋ ਜਿਹਾ? ਇਹੀ 2 ਤਰੀਕੇ ਹੈ ਨਾ। ਅਸੀਂ ਪੁੱਛਦੇ ਹਾਂ ਵੀ ਉਹ ਕਾਰੀਗਰ ਕਿਹੋ ਜਿਹਾ ਜਿਹਨੇ ਕੰਮ ਕਰਾਇਆ ਹੋਵੇ, ਜਾਂ ਉਹਦੇ ਕੀਤੇ ਹੋਏ ਕੰਮ ਜਾ ਕੇ ਦੇਖਦੇ ਹਾਂ, ਫਿਰ ਤਸੱਲੀ ਆਉਂਦੀ ਨਹੀਂ ਵਧੀਆ ਹੈ, ਸਾਡਾ ਕੰਮ ਕਰ ਲਵੇ। ਆ ਰੱਬ ਦੇ ਕੀਤੇ ਕੰਮ ਹੀ ਹੈ। ਦੇਖੀਏ ਆਲੇ ਦੁਆਲੇ, ਨਹੀਂ ਅੰਤ ਪਾ ਸਕਦੇ, ਨਹੀਂ ਅੰਤ ਪਾ ਸਕਦੇ। ਛੋਟੀ ਜਿਹੀ ਗੱਲ ਕਹਿ ਕੇ ਫਿਰ ਅਸੀਂ ਅੱਗੇ ਤੁਰੀਏ। ਮਨੁੱਖ ਪੜ੍ਹਿਆ, ਚੰਗਾ ਪੜ੍ਹਿਆ, ਘਰਦਿਆਂ ਨੇ ਪੜ੍ਹਾਉਣ ਦਾ ਲਈ ਪੂਰਾ ਜ਼ੋਰ ਲਗਾਇਆ, ਪੂਰਾ ਖਰਚਾ ਕੀਤਾ, 12ਵੀਂ ਕਰਾਈ, ਉਸ ਤੋਂ ਬਾਅਦ ਮੈਡੀਕਲ ਵਿੱਚ ਪਾ ਦਿੱਤਾ, ਚੰਗੇ ਤੋਂ ਚੰਗੇ ਕਾਲਜ ਵਿੱਚ ਦਿੱਤਾ। ਉਹ ਪੜ੍ਹ ਲਿਖ ਕੇ ਡਾਕਟਰ ਬਣ ਗਿਆ। ਬੜਾ ਪੜ੍ਹਿਆ ਲਿਖਿਆ, ਬੜੀ ਮਿਹਨਤ ਕੀਤੀ, ਤੇ ਘਰ ਦੇ ਜਦੋਂ ਵੀ ਗੱਲ ਕਹਿਣ ਬਹੁਤ ਪੜ੍ਹਿਆ ਮੁੰਡਾ, ਵੀ ਬਹੁਤ ਮਿਹਨਤ ਕੀਤੀ, ਬੜਾ ਗਿਆਨ ਹੈ ਉਹਦੇ ਕੋਲ, ਵੱਡਾ ਡਾਕਟਰ ਹੈ। ਤੇ ਅੱਜ ਇੱਕ ਇਨਸਾਨ ਜਿਹੜਾ ਹੈ ਨਾ, ਉਹ ਆਪਣੇ ਕੰਨ 'ਤੇ ਹੱਥ ਧਰ ਕੇ ਪੁੱਛਦਾ ਵੀ ਇੱਥੇ ਡਾਕਟਰ ਹੈਗਾ ਕੋਈ? ਫਲਾਣਾ ਡਾਕਟਰ। ਦੱਸਿਆ ਹਾਂ ਇੱਥੇ ਉਹਦਾ ਕਲੀਨਿਕ ਹੈ। ਨਾਂ ਬੜਾ ਸੁਣਿਆ ਸੀ ਰਿਸ਼ਤੇਦਾਰੀ ਦੇ ਵਿੱਚ ਵੀ ਡਾਕਟਰ ਹੈ, ਕੰਨਾਂ ਦਾ ਡਾਕਟਰ ਹੈ। ਲੱਭਦਿਆਂ ਲਵਾਉਂਦਿਆਂ ਉੱਥੇ ਪਹੁੰਚ ਗਿਆ, ਤੇ ਜਾਂਦੇ ਕਹੇ ਤੂੰ ਮੇਰਾ ਕੰਨ ਦੇਖ ਕਾਕਾ, ਮੇਰਾ ਕੰਨ ਦੇਖ, ਮੈਂ ਤੇਰਾ ਰਿਸ਼ਤੇਦਾਰ ਹੈ। ਉਹ ਕੁਝ ਕਵੇ, ਕਹਿੰਦਾ ਤੂੰ ਕੁਝ ਕਹਿ ਨਾ, ਮੇਰੀ ਜਾਨ ਨਿਕਲਦੀ ਪਈ, ਤੂੰ ਮੇਰਾ ਕੰਨ ਵੇਖ ਫਟਾਫਟ। ਤੇ ਬਹਿ ਗਿਆ, ਦੇਖ।
ਉਹ ਕਹਿਣ ਲੱਗਾ ਬਾਪੂ ਜੀ ਮੇਰੀ ਗੱਲ ਸੁਣੋ, ਤੁਹਾਡਾ ਕੰਨ ਹੈ ਸੱਜਾ, ਮੈਂ ਤੇ ਖੱਬੇ ਕੰਨ ਦਾ ਸਪੈਸ਼ਲਿਸਟ ਹਾਂ। ਦੂਜੇ ਡਾਕਟਰ ਕੋਲ ਜਾਣਾ ਪੈਣਾ ਹੈ। ਉਹ ਕਹਿਣ ਲੱਗੇ ਤੇਰੇ ਘਰ ਦੀ ਉਈਓ ਰੌਲਾ ਪਾਈ ਜਾਂਦੇ, ਬੜੀ ਮਿਹਨਤ ਕੀਤੀ, ਬੜਾ ਪੜ੍ਹਿਆ ਲਿਖਿਆ ਜੀ, ਬਹੁਤ ਉਹਨੂੰ ਗਿਆਨ ਹੈ, ਰੱਬ ਨੇ ਇੰਨਾ ਕੁਝ, ਘੱਟੋ ਘੱਟ 2 ਕੰਨਾਂ ਬਾਰੇ ਦੇ ਪੜ੍ਹ ਲੈਂਦਾ, ਇੱਕੋ ਕੰਨ ਵਾਲਾ ਪੜ੍ਹ ਕੇ ਤੂੰ ਆ ਗਿਆ ਉੱਥੋਂ ਦੀ। ਉਹ ਹੱਸ ਕੇ ਕਹਿਣ ਲੱਗਾ ਬਾਪੂ ਰੱਬ ਹੈ ਹੀ ਇੰਨਾ ਬੇਅੰਤ ਕਿ 20 25 ਸਾਲ ਅਸੀਂ ਕਿਸੇ ਇੱਕ ਵਿਸ਼ੇ 'ਤੇ ਗੱਲ ਕਰਦੇ ਹਾਂ ਤੇ ਥੋੜ੍ਹਾ ਬਹੁਤ ਗਿਆਨ ਆਉਂਦਾ ਹੈ, ਪਰ ਤੈਨੂੰ ਮੈਂ ਦੱਸਣਾ ਚਾਹੁੰਦਾ ਹਜੇ ਵੀ ਮੈਨੂੰ ਇਹਦਾ ਵੀ ਪੂਰਾ ਪਤਾ ਨਹੀਂ ਹੈ, ਹਾਲੇ ਵੀ ਬੜੀਆਂ ਗੁੱਝੀਆਂ ਗੱਲਾਂ ਹੈ, ਮੈਨੂੰ ਨਹੀਂ ਪਤਾ, ਜਿਨ੍ਹਾਂ ਨੇ ਮੈਨੂੰ ਪੜ੍ਹਾਇਆ ਉਹਨਾਂ ਨੂੰ ਪਤਾ, ਜਿੰਨੀਆਂ ਕਿਤਾਬਾਂ ਲਿਖੀਆਂ ਨਾ ਖੱਬੇ ਕੰਨ ਬਾਰੇ ਮੈਨੂੰ ਸਾਰਾ ਕੁਝ ਨਹੀਂ ਪਤਾ, ਤੇ ਉਹਨਾਂ ਕਿਤਾਬਾਂ ਵਿੱਚ ਵੀ ਸਾਰਾ ਕੁਝ ਨਹੀਂ ਹੈਗਾ, ਉਹ ਵੀ ਕਹਿੰਦੇ ਅਜੇ ਖੋਜ ਦੀ ਲੋੜ ਹੈ। ਰੱਬ ਦੀ ਬਣਾਈ ਰਚਨਾ ਵਿੱਚੋਂ ਇੱਕ ਚੀਜ਼ ਦਾ ਵੀ ਅਸੀਂ ਅੰਤ ਨਹੀਂ ਪਾ ਸਕਦੇ ਜੋ ਅਸੀਂ ਇਸਤੇਮਾਲ ਕਰ ਰਹੇ ਹਾਂ, ਸਰੀਰ ਦੇ ਕਿਸੇ ਇੱਕ ਅੰਗ ਦਾ ਵੀ ਅਸੀਂ ਅੰਤ ਨਹੀਂ ਪਾ ਸਕਦੇ ਜਿਹਨੂੰ ਅਸੀਂ ਮਾਣਦੇ ਪਏ ਹਾਂ। ਇਸ ਕਰਕੇ ਆਓ ਮਾਲਕ ਦੀਆਂ ਇਹ ਸਿਫਤਾਂ ਨੂੰ ਮਹਿਸੂਸ ਕਰੀਏ ਤੇ ਕਹਿ ਦਈਏ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ, ਤੇਰਾ ਇਹ ਵਿਸਥਾਰ ਕਿੰਨਾ ਕੋਈ ਨਹੀਂ ਜਾਣਦਾ। ਆਓ ਉਹਦੀ ਬੇਅੰਤਤਾ ਨੂੰ ਮਹਿਸੂਸ ਕਰੀਏ ਤੇ ਉਹਦੇ ਗੁਣ ਗਾਇਨ ਕਰੀਏ। ਮੇਰੇ ਮਾਲਕ ਕਹਿੰਦੇ ਨੇ, ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ, ਉਹ ਤਾਂ ਉੱਚਿਆਂ ਤੋਂ ਉੱਚਾ ਹੈ, ਜੇਵੜ ਆਪ ਹੈ ਉਹੀ ਜਾਣਦਾ ਹੈ, ਜੇਵੜ ਆਪ ਜਾਣੈ ਆਪ। ਆਓ ਉਹਦੀ ਬਖਸ਼ਿਸ਼ ਦੇ ਪਾਤਰ ਬਣੀਏ ਜੀ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨ ਤਮਾਏ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੇਤੇ ਮੰਗੈ ਜੋਧ ਅਪਾਰ, ਕੇਤਿਆਂ ਗਣਤ ਨਹੀਂ ਵਿਚਾਰ, ਕੇਤੇ ਮੰਗਹਿ ਜੋਧ ਅਪਾਰ, ਕੇਤਿਆਂ ਗਣਤ ਨਹੀਂ ਵਿਚਾਰ, ਕੇਤੇ ਖਪ ਟੁੱਟੈ ਵੇਕਾਰ, ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ, ਕੇਤੇ ਖਪ ਟੁੱਟੈ ਵੇਕਾਰ, ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ, ਕੇਤਿਆਂ ਦੁਖ ਭੂਖ ਸਦ ਮਾਰ, ਏ ਪੇ ਦਾਤ ਤੇਰੀ ਦਾਤਾਰ, ਕੇਤਿਆਂ ਦੁਖ ਭੂਖ ਸਦ ਮਾਰ, ਏ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣੈ ਹੋਏ, ਹੋਰ ਆਖ ਨ ਸਕੈ ਕੋਏ, ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਇਕ ਆਖਣ ਪਾਏ, ਓ ਜਾਣੈ ਜੇਤੀਆਂ ਮੋਹ ਖਾਏ, ਜੇ ਕੋ ਖਾਇਕ ਆਖਣ ਪਾਏ, ਉਹ ਜਾਣੈ ਜੇਤਿਆਂ ਮੋਹ ਖਾਏ, ਆਪੇ ਜਾਣੈ ਆਪੇ ਦੇ, ਆਖੈ ਸੇਪੇ ਕੇਈ ਕੇ, ਆਪੇ ਜਾਣੈ ਆਪੇ ਦੇ, ਆਖੈ ਸੇ ਭੇ ਕੇਈ ਕੇ, ਜਿਸਨੋ ਬਖਸ਼ੇ ਸਿਫਤ ਸਾਲਾ, ਨਾਨਕ ਪਾਤਸ਼ਾਹੀ ਪਾਤਸ਼ਾਹ, ਜਿਸਨੂੰ ਬਖਸ਼ੇ ਸਿਫਤ ਸਾਲਾ, ਨਾਨਕ ਪਾਤਸ਼ਾਹੀ ਪਾਤਸ਼ਾਹ। ਗੁਰੂ ਪਿਆਰ ਵਾਲਿਓ, ਸਤਿਗੁਰੂ ਗੁਰਦੇਵ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਬਹੁਤਾ ਕਰਮ ਲਿਖਿਆ ਨਾ ਜਾਏ। ਵਾਹਿਗੁਰੂ ਪਰਮੇਸ਼ਰ ਦੀ ਬਖਸ਼ਿਸ਼ ਇੰਨੀ ਵੱਡੀ ਹੈ, ਗੁਰਦੇਵ ਕਹਿੰਦੇ ਕਿ ਲਿਖਣ ਵਿੱਚ ਨਹੀਂ ਲਿਆਂਦੀ ਜਾ ਸਕਦੀ, ਉਸ ਨੂੰ ਲਿਖਿਆ ਨਹੀਂ ਜਾ ਸਕਦਾ। ਇੱਕ ਇੱਕ ਪਹਿਲੂ ਤੇ ਕਿਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਹੁਣੇ ਹੀ
ਜਿਹੜਾ ਪਿਛਲੀ ਪੌੜੀ ਵਿੱਚ ਸਾਨੂੰ ਸਮਝਾਇਆ ਸੀ ਕਿਵੇਂ ਉਹਨੇ ਆਕਾਰ ਬਣਾਏ, ਕਿੰਨਾ ਕੁਝ ਹੈਗਾ। ਸਤਿਕਾਰਯੋਗ ਵੀਰ ਜੀ ਨੇ ਉਹਦੇ ਬਾਰੇ ਤੁਹਾਨੂੰ ਵਿਸਥਾਰ ਨਾਲ ਦੱਸਿਆ ਹੈ। ਜੇ ਅਸੀਂ ਆਪਣੇ ਸਰੀਰ ਨੂੰ ਹੀ ਲੈ ਕੇ ਵੇਖ ਲਈਏ ਤੇ ਸਾਨੂੰ ਉਹਦੀਆਂ ਬੇਅੰਤ ਦਾਤਾਂ ਦਾ ਅਹਿਸਾਸ ਹੋਵੇ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਮਾਲ ਦੀ ਗੱਲ ਹੈ ਕਿ ਵੱਡਾ ਦਾਤਾ ਤਿਲ ਨਾ ਤਮਾਏ। ਉਹ ਐਡਾ ਵੱਡਾ ਦਾਤਾ ਹੈ, ਪਰ ਖੇਡ ਇਸ ਤਰ੍ਹਾਂ ਦੀ ਹੈ ਕਿ ਉਹਨੂੰ ਤਿਲ ਜਿੰਨੀ ਵੀ, ਰੱਤੀ ਜਿੰਨੀ ਵੀ ਤਮਾ ਨਹੀਂ ਹੈ, ਉਹਨੂੰ ਲਾਲਚ ਨਹੀਂ ਹੈ ਰੱਤਾ ਜਿੰਨਾ ਵੀ। ਰੱਤਾ ਜਿੰਨਾ ਕਿੰਨਾ ਭਲਾ, ਇੱਕ ਫੋਟੋ ਖਿੱਚਣ ਜਿੰਨਾ ਵੀ। ਕਦੇ ਉਹਨੇ ਦਾਤਾਂ ਦੇਖ ਕੇ ਫੋਟੋ ਖਿੱਚੀ ਹੈ, ਸੈਲਫੀ ਲਈ ਹੈ, ਫੇਸਬੁੱਕ 'ਤੇ ਪਾਈ ਹੈ? ਸੱਚੀ ਦੱਸੋ ਜੀ। ਵੇਖੋ ਅਸੀਂ ਆਏ ਕਿਵੇਂ ਸੀ, ਨਾਂਗੋ ਆਵਨ ਨਾਂਗੋ ਜਾਸੀ। ਨੰਗੇ ਆਏ ਸਨ, ਨੰਗੇ ਹੀ ਤੁਰ ਜਾਣਾ। ਕਿਸੇ ਦੇ ਕੋਲ ਕੱਪੜਿਆਂ ਦੇ ਥਾਂ ਨਹੀਂ ਸੀ, ਕਿਸੇ ਦੀਆਂ ਫੈਕਟਰੀਆਂ ਨਹੀਂ ਸੀ। ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਮੇਰੇ ਮਾਲਕ ਨੇ ਪਹਿਨਣ ਵਾਸਤੇ, ਖਾਣ ਵਾਸਤੇ ਸਭ ਕੁਝ ਦਿੱਤਾ। ਜਬ ਦਾਤ ਨ ਥੇ ਤਬ ਦੂਧ ਦੇ ਹੈ। ਵੀ ਜਦੋਂ ਦੰਦ ਨਹੀਂ ਸੀ, ਭੋਜਨ ਚਿਥਾਉਣ ਦੇ ਕਾਬਲ ਨਹੀਂ ਸੀ, ਉਦੋਂ ਉਸਨੇ ਜਿਹੜਾ ਹੈ ਉਸ ਤਰ੍ਹਾਂ ਦਾ ਭੋਜਨ ਦਿੱਤਾ। ਤੇ ਜਦੋਂ ਦੰਦ ਆ ਗਏ ਫਿਰ ਉਸ ਤਰ੍ਹਾਂ ਦਾ ਭੋਜਨ ਉਹਨੇ ਮੁਹੱਈਆ ਕਰਾ ਦਿੱਤਾ। ਕਮਾਲ ਦੀ ਗੱਲ ਹੈ ਕਿ ਉਹ ਕਿੱਡਾ ਵੱਡਾ ਦਾਤਾ ਹੈ, ਔਰ ਕਿੰਨੀਆਂ ਦਾਤਾਂ ਦੇਈ ਜਾ ਰਿਹਾ, ਜੁਗਾਂ ਜੁਗੰਤਰਾਂ ਤੋਂ ਦੇਈ ਚਲੇ ਆ ਰਿਹਾ, ਪਰ ਉਸ ਨੂੰ ਰੱਤਾਂ ਭਰ ਵੀ ਤਿਲ ਜਿੰਨੀ ਤਮਾ ਨਹੀਂ ਹੈ। ਇੱਥੇ ਵੇਖਦੇ ਹਾਂ, ਬੰਦਾ ਕਹਿੰਦਾ ਜੀ ਕਰੋਨਾ ਕਾਲ ਦੇ ਵਿੱਚ ਨਾ ਮੈਂ 5 ਪਰਿਵਾਰਾਂ ਦੀ ਮਦਦ ਕੀਤੀ ਹੈ। ਕੀਤਾ ਕੀ ਹੈ ਜੀ? 5-5 ਕਿਲੋ ਆਟਾ ਦਿੱਤਾ ਹੈ। ਤੇ ਫਿਰ ਉਹ ਮੇਰੇ ਖਿਆਲ 5 ਨਹੀਂ 25 ਫੋਟੋਆਂ ਪਾਈਆਂ ਹੋਣਗੀਆਂ, ਰਿਸ਼ਤੇਦਾਰਾਂ ਨੂੰ ਵੀ ਪਾ ਦਿੱਤੀ, ਦੂਜਿਆਂ ਤੀਜਿਆਂ ਪਰਿਵਾਰ ਵਾਲੇ ਦਿਖਾ। ਵੇਖੋ ਜੀ ਸਾਡੇ ਪੁੱਤ ਨੇ ਨਾ ਆਹ ਵੇਖੋ ਐਡੀ ਵੱਡੀ ਮਦਦ ਕੀਤੀ ਆ। ਵੇਖੋ ਫੋਟੋ ਕਿੰਨੇ, WhatsApp ਕਿੰਨਾ ਕੁਝ ਬੰਦਾ ਕਰ ਰਿਹਾ ਨਾ ਜੀ। ਕਿਸੇ ਵੀ ਲੋਭ ਲਾਲਚ ਵਿੱਚ ਹੈ ਕਿਤੇ ਪਿੱਛੇ ਭਾਵਨਾ ਇਹ ਹੈ ਕਿ ਮੈਂ ਕੁਝ ਵੀ ਦਿੱਤਾ ਹੈ ਤਾਂ ਮੇਰਾ ਨਾਮ ਹੋ ਜਾਏ, ਸਮਾਜ ਮੈਨੂੰ ਚੰਗਾ ਕਵੇ, ਲੋਕ ਮੈਨੂੰ ਦੇਖਣ, ਲੋਕਾਂ ਦੀ ਨਿਗਾਹ ਵਿੱਚ ਮੈਂ ਧਰਮੀ ਜਾਪਾਂ, ਲੋਕਾਂ ਦੀ ਨਿਗਾਹ ਵਿੱਚ ਮੈਂ ਧਰਮੀ ਆਵਾਂ। ਪਰ ਕਮਾਲ ਦੀ ਗੱਲ ਹੈ, ਮੈਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੱਛ ਰਿਹਾ ਸੀ, ਦਾਤਾ ਇੱਥੇ ਲੋਕ 5 ਬੰਦਿਆਂ ਦੀ ਮਦਦ ਕਰਦੇ ਨੇ, ਆਪਣੇ ਆਪ ਨੂੰ ਦਾਤਾ ਖਵਾਉਂਦੇ ਨੇ। ਇੱਥੇ ਲੋਕ ਚਲੋ ਇੱਕ ਪਿੰਡ ਦੀ ਮਦਦ ਕਰਦੇ ਨੇ ਤਾਂ ਲੋਕ ਕਹਿੰਦੇ ਨੇ ਵੀ ਬਹੁਤ ਵੱਡੀ ਜਥੇਬੰਦੀ ਤੇ ਇਹ ਬੜਾ ਦਾਨ ਦਿੰਦੇ ਨੇ, ਬੜੇ ਵੱਡੇ ਦਾਤੇ ਨੇ। ਕੋਈ ਚਲੋ 2 ਪਿੰਡਾਂ ਨੂੰ ਦਾਨ ਦੇ ਸਕਦਾ, 3 ਨੂੰ ਦੇ ਸਕਦਾ, 4 ਨੂੰ ਦੇ ਸਕਦਾ, 1 ਰਾਜ ਨੂੰ ਦੇ ਸਕਦਾ, 2 ਰਾਜ ਨੂੰ ਦੇ ਸਕਦਾ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਹ ਲੋਕੋ, ਉਹ ਐਡਾ ਵੱਡਾ ਦਾਤਾ ਹੈ ਕਿ ਉਸ ਦਾਤਾਰ ਪ੍ਰਭੂ ਦੇ ਅੱਗੇ ਇਹ ਸਾਰਾ ਜਗਤ ਭਿਖਾਰੀ ਹੈ। ਭੀਖ ਮੰਗ ਰਿਹਾ ਉਹਦੇ ਦਾਤੇ ਦੇ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਭਾਈ ਐਡਾ ਵੱਡਾ ਜਗਤ ਸਾਰਾ ਉਸ ਮਾਲਕ, ਹਮ ਭੀਖਤ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਮੇਰੇ ਮਾਲਕ ਅਸੀਂ ਤੇਰੇ ਦਰ ਦੇ ਕੂਕਰ ਹਾਂ, ਭਿਖਾਰੀ ਹਾਂ, ਮੰਗਤੇ ਹਾਂ, ਜਾਚਕ ਹਾਂ। ਸਤਿਗੁਰੂ ਜੀਓ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਉਹ ਕਿੱਡਾ ਵੱਡਾ ਦਾਤਾ, ਵੱਡਾ ਦਾਤਾ ਤਿਲ ਨਾ ਤਮਾਏ। ਉਹਨੂੰ ਰੱਤਾਂ ਜਿੰਨੀ ਵਈ, ਕੋਈ ਲੋਭ ਨਹੀਂ, ਕੋਈ ਲਾਲਚ ਨਹੀਂ। ਸਤਿਗੁਰੂ ਇੱਕ ਗੱਲ ਕਹਿੰਦੇ ਨੇ, ਕਹੋ ਨਾਨਕ ਮਨ ਸਿਮਰਤ ਹੈ ਪੂਰਨ ਹੋਵੇ ਕਾਮ। ਉਹ ਮਨਾ ਜੋ ਐਡਾ ਵੱਡਾ ਦਾਤਾ ਹੈ, ਤੈਨੂੰ ਜਨਮ ਤੋਂ ਤੈਨੂੰ ਪਾਲ ਰਿਹਾ ਹੈ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ। ਮਨੋ ਕਿਉਂ ਵਿਸਾਰੀਐ? ਵੱਡਾ ਦਾਤਾ ਤਿਲ ਨਾ ਤਮਾਏ। ਮਨੋ ਕਿਉਂ ਵਿਸਾਰੀਐ ਏਵੜ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਪਾਤਸ਼ਾਹ ਕਹਿੰਦੇ ਨੇ ਜਿਹੜਾ ਅਗਨ ਵਿੱਚ ਵੀ ਤੈਨੂੰ ਭੋਜਨ ਦਿੰਦਾ ਰਿਹਾ, ਨਾੜਵੇ ਰਾਹੀਂ ਭਲਿਆ, ਉਹਨੂੰ ਕਦੇ ਚੇਤੇ ਕਰਦੇ, ਉਹਨੂੰ ਯਾਦ ਕਰਦੇ, ਚੌਕੜਾ ਲਾ ਕੇ ਕਦੇ ਨਾਮ ਜਪਦੇ, ਕਦੇ ਬੰਦਗੀ ਕਰਦੇ, ਕਦੇ ਸਿਮਰਨ ਕਰਦੇ, ਤੂੰ ਕਦੇ ਬੈਠੇ ਉਹਦੀ ਯਾਦ ਦੇ ਵਿੱਚ। ਦਾਤਾਰ ਤੂੰ ਬੜਾ ਕੁਝ ਦਿੱਤਾ ਹੈ। ਸਤਿਗੁਰੂ ਕਹਿੰਦੇ ਗੱਲ ਛੱਡੋ, ਇੱਥੇ ਨਾ ਸ਼ੁਕਰੇ ਬਹੁਤ ਨੇ, ਗੱਲ ਛੱਡੋ।
ਕਹਿਣ ਲੱਗੇ ਕੇਵਲ ਐ ਇਨਸਾਨ, ਕੇਵਲ ਤੂੰ ਹੀ ਨਹੀਂ ਉਸ ਤੋਂ ਮੰਗ ਰਿਹਾ, ਇੱਥੇ ਵੱਡੇ ਵੱਡੇ ਯੋਧੇ ਕਹਿੰਦੇ ਕਹਾਉਂਦੇ ਬਲਸ਼ਾਲੀ ਜਿਨ੍ਹਾਂ ਕੋਲ ਬੜੀ ਵੱਡੀ ਤਾਕਤ ਹੈ, ਭਾਵੇਂ ਉਹ ਤਾਕਤ ਵੀ ਉਸ ਮਾਲਕ ਨੇ ਉਹਨਾਂ ਦੇ ਸਰੀਰ ਵਿੱਚ ਪਾਈ ਹੈ, ਕਹਿਣਗੇ ਉਹ ਵੀ ਉਸ ਦੇ ਦਰ ਤੋਂ ਹੀ ਮੰਗ ਰਹੇ ਨੇ। ਕੇਤੇ ਦਾ ਅਰਥ ਹੈ ਬੇਅੰਤ, ਮੰਗਦੇ ਹਨ, ਜੋਧ ਅਪਾਰ, ਵੱਡੇ ਵੱਡੇ ਯੋਧੇ ਜਿਹੜੇ ਬਹੁਤ ਬਲਸ਼ਾਲੀ। ਕਹਿਣ ਲੱਗੇ ਕੇਤਿਆਂ ਗਣਤ ਨਹੀਂ ਵਿਚਾਰ, ਵੀ ਉਹਨਾਂ ਦੀ ਗਿਣਤੀ ਦੀ ਵਿਚਾਰ ਹੈ ਹੀ ਨਹੀਂ। ਕਿੰਨੀ ਕੁ ਵਿਚਾਰ ਕਰੋਗੇ ਤੁਸੀਂ? ਆਪਣੀ ਜਲ ਸੈਨਾ, ਥਲ ਸੈਨਾ, ਆਰਮੀ, ਸਾਰੀ ਫੋਰਸ, ਕਿੰਨਾ ਕੁਝ ਹੈਗਾ, ਤੁਸੀਂ ਚਲੋ ਉਹਨਾਂ ਨੂੰ ਯੋਧੇ ਮੰਨ ਕੇ ਉਹਨਾਂ ਦੀ ਗਿਣਤੀ ਕਰ ਲਓ। ਤੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਗਿਣਤੀ ਕਰੋਗੇ, ਹੋਰ ਜਿਹੜੇ ਐਕਸਰਸਾਈਜ਼ਾਂ ਕਰਦੇ ਨੇ, ਹੋਰ ਜਿਹੜੇ ਕਿੰਨੇ ਕਈ ਮੁਲਕਾਂ ਦੀ, ਫੇਰ ਪੂਰੇ ਵਿਸ਼ਵ ਦੀ ਫੌਜ ਨੂੰ ਲਾ ਲਓ। ਪਾਤਸ਼ਾਹ ਕਹਿੰਦੇ ਤੁਹਾਡੀਆਂ ਗਿਣਤੀਆਂ ਮੁੱਕ ਜਾਣੀਆਂ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਪਰ ਚੇਤੇ ਰੱਖੋ ਇੱਥੇ ਨਾ ਸੁਕਰੇ ਬੰਦੇ ਵੀ ਹਨ, ਜਿਹੜੇ ਨਾ ਸੁਕਰੇ ਨੇ ਉਹ ਦਾਤਾਂ ਲੈ ਲੈ ਕੇ ਖੱਪ ਗਏ ਨੇ। ਕੇਤੇ ਖੱਪ ਟੁੱਟੈ ਵੇਕਾਰ, ਕਹਿਣ ਲੱਗੇ ਕਿ ਕਈ ਨਾਸ ਹੋ ਗਏ ਨੇ, ਖੱਪ ਗਏ ਨੇ, ਇੱਥੇ ਹੀ ਰਹਿ ਗਏ ਨੇ, ਭਾਓ ਇੱਥੇ ਹੀ ਨਾਸ ਹੋ ਗਿਆ। ਉਹਨਾਂ ਨੇ ਕਦੇ ਉਸ ਦਾਤਾਰ ਪ੍ਰਭੂ ਨੂੰ ਚੇਤੇ ਨਹੀਂ ਕੀਤਾ। ਇੱਕ ਰਾਜਾ, ਉਹ ਆਪਣੇ ਦੇਸ਼ ਤੋਂ ਵਿਦੇਸ਼ ਗਿਆ, ਕੁਝ ਦਿਨ ਵਾਸਤੇ ਗਿਆ ਸੀ, ਪਰ ਕੁਝ ਦਿਨ ਵੱਧ ਲੱਗ ਗਏ। ਕੁਝ ਸਮਾਂ ਜਦੋਂ ਰਾਜੇ ਨੂੰ ਵੱਧ ਲੱਗਿਆ ਨਾ ਜੀ, ਤੇ ਹੁਣ ਉਹਨੇ ਉੱਥੋਂ ਇੱਕ ਚਿੱਠੀ ਲਿਖੀ ਹੈ। ਕਈ ਮਹੀਨਿਆਂ ਬਾਅਦ ਇੱਕ ਚਿੱਠੀ ਲਿਖੀ, ਤੇ ਉਹਨੇ ਚਿੱਠੀ ਦੇ ਵਿੱਚ ਲਿਖਿਆ ਜਿੰਨੀਆਂ ਉਹਦੀਆਂ ਰਾਣੀਆਂ ਸਨ, ਜਿੰਨੇ ਉਹਦੇ ਭਰਾ ਸਨ, ਜਿੰਨੇ ਉਹਦੇ ਹੋਰ ਧੀਆਂ ਪੁੱਤਰ ਸਨ, ਸਭਨਾਂ ਨੂੰ ਉਹਨੇ ਇੱਕ ਚਿੱਠੀ ਲਿਖੀ ਹੈ। ਚਿੱਠੀ ਵਿੱਚ ਲਿਖਿਆ ਭਈ ਮੈਨੂੰ ਸਮਾਂ ਭਾਵੇਂ ਕੁਝ ਵੱਧ ਲੱਗ ਗਿਆ, ਪਰ ਮੇਰਾ ਮਨ ਤੁਹਾਡੇ ਵਿਚਕਾਰ ਹੈ, ਮੈਂ ਤੁਹਾਡੀ ਸੁੱਖ ਸ਼ਾਂਤ ਪੁੱਛਣਾ ਚਾਹੁੰਦਾ, ਤੇ ਖਾਸ ਤੁਹਾਨੂੰ ਚਿੱਠੀ ਇਸ ਕਰਕੇ ਲਿਖ ਰਿਹਾ ਵਾਂ ਕਿ ਤੁਹਾਨੂੰ ਕੁਝ ਚਾਹੀਦਾ ਬਾਹਰਲੇ ਮੁਲਕ ਤੋਂ ਤਾਂ ਮੈਨੂੰ ਲਿਖ ਕੇ ਭੇਜ ਦਿਓ। ਤੁਹਾਨੂੰ ਕੁਝ ਚਾਹੀਦਾ, ਆਮ ਸਾਡੇ ਬੰਦੇ ਵੀ ਬਾਹਰ ਜਾਂਦੇ ਨਾ ਜੀ, ਤੇ ਜਦੋਂ ਸਾਡੇ ਬੰਦੇ ਬਾਹਰ ਜਾਂਦੇ ਨੇ ਤੇ ਅਸੀਂ ਵੀ ਟੈਲੀਫੋਨ ਰਾਹੀਂ, WhatsApp ਰਾਹੀਂ ਕਹਿੰਦੇ ਹਾਂ ਵੀ ਪਾਪਾ ਤੁਸੀਂ ਬਾਹਰ ਗਏ ਹੋ, ਸਵਾਮੀ ਜੀ ਤੁਸੀਂ ਬਾਹਰ ਗਏ ਹੋ, ਮੇਰੇ ਵਾਸਤੇ ਆ ਕੁਝ ਲੈ ਕੇ ਆਣਾ, ਮੰਗ ਕਰਦੇ ਆ ਨਾ ਜੀ, ਸਭ ਦੀ ਇੱਛਾ ਹੁੰਦੀ ਹੈ। ਕਹਿਣ ਲੱਗੇ ਉਸ ਰਾਜੇ ਨੇ ਆਪੋ ਹੀ ਲਿਖ ਦਿੱਤਾ, ਭਾਈ ਜੇ ਤੁਹਾਨੂੰ ਕੁਝ ਮੰਗਾਉਣਾ ਹੈ ਨਾ ਤਾਂ ਚਿੱਠੀ ਲਿਖ ਕੇ ਭੇਜ ਦਿਓ। ਕਿਸੇ ਨੂੰ ਸੂਟ ਚਾਹੀਦੇ ਸੀ, ਜਿਹੜੇ ਬੰਦੇ ਜਿਨ੍ਹਾਂ ਨੂੰ ਸੂਟ ਚਾਹੀਦੇ ਉਸ ਸੂਟ ਲਿਖ ਦਿੱਤੇ, ਕਿਸੇ ਨੂੰ ਘੜੀਆਂ ਚਾਹੀਦੀਆਂ ਉਹ ਘੜੀਆਂ ਲਿਖ ਦਿੱਤੀਆਂ, ਜਿਹਨੂੰ ਜੋ ਚਾਹੀਦਾ ਸੀ ਉਹਨੇ ਉਹ ਲਿਖ ਦਿੱਤਾ। ਭਾਵੇਂ ਉਹ ਇੰਨਾ ਵੇਟ ਜਿਹੜਾ ਹੈ ਉਹਨੂੰ ਜਹਾਜ਼ ਲਿਆਉਣ ਦੇਵੇ ਜਾਂ ਨਾ ਲਿਆਉਣ ਦੇਵੇ, ਪਰ ਸਾਰਿਆਂ ਨੇ ਆਪਣੇ ਵੱਲੋਂ 2-2 ਚੀਜ਼ਾਂ, 4-4 ਚੀਜ਼ਾਂ, ਵੀ ਵਿਦੇਸ਼ ਤੋਂ ਵਸਤੂਆਂ ਆ ਰਹੀਆਂ ਨੇ, ਕਿਆ ਬਾਤ ਹੈ, ਸਭ ਨੇ ਲਿਖ ਦਿੱਤਾ। ਇੱਕ ਸਭ ਤੋਂ ਛੋਟੀ ਰਾਣੀ ਸੀ, ਉਸ ਰਾਣੀ ਨੇ ਪੇਪਰ ਲਿਆ, ਉਸ ਰਾਣੀ ਨੇ ਸਿਹਾਈ ਲਈ, ਤੇ ਸਿਹਾਈ ਲਾਲ ਰੰਗ ਦੀ ਲਈ ਹੈ। ਹੁਣ ਲਾਲ ਰੰਗ ਦੀ ਸਿਹਾਈ ਲੈ ਕੇ ਉਹ ਰਾਣੀ ਨੇ ਕੇਵਲ ਏਡੇ ਵੱਡੇ ਪੇਪਰ ਤੇ, ਉਸ ਵੱਡੀ ਚਿੱਠੀ ਤੇ ਕੇਵਲ ਇੱਕੋ ਹੀ ਗੱਲ ਲਿਖੀ ਹੈ, ਸਾ, ਸੱਸੇ ਨੂੰ ਕੰਨਾ ਸਾ। ਚਿੱਠੀ ਫੋਲਡ ਕੀਤੀ ਤੇ ਭੇਜ ਦਿੱਤੀ। ਰਾਜੇ ਕੋਲ ਚਿੱਠੀ ਆਪਣੀ ਹੈ, ਸਾਰਿਆਂ ਦੀਆਂ ਚਿੱਠੀਆਂ ਆਪਣੀਆਂ, ਉਹਨੇ ਸਾਰਿਆਂ ਦੀਆਂ ਚਿੱਠੀਆਂ ਵੇਖੀਆਂ, ਪੜ੍ਹੀਆਂ, ਵਿਚਾਰ ਕੀਤਾ, ਤੇ ਜੋ ਕੁਝ ਉਹ ਲਿਆ ਸਕਦਾ ਸੀ, ਜਿਸ ਨੇ ਜੋ ਲਿਖਿਆ ਸੀ, ਸਵਾਮੀ ਜੀ ਇੰਨੇ ਸੂਟ ਚਾਹੀਦੇ ਨੇ, ਤੇ ਉਹ ਸੂਟ ਲਿਆ ਕੇ ਦਿੱਤੇ ਨਾ ਉਹਨੇ। ਸਵਾਮੀ ਜੀ ਇੰਨੀਆਂ ਘੜੀਆਂ ਚਾਹੀਦੀਆਂ, ਘੜੀਆਂ ਲਿਆ ਕੇ ਦਿੱਤੀਆਂ। ਜੋ ਵੀ ਕੁਝ ਕਿਸੇ ਨੇ ਮੰਗਾਇਆ ਸੀ ਉਹ ਲੈ ਕੇ ਨਾਲ ਆਇਆ। ਉਹ ਚਿੱਠੀ ਛੋਟੀ ਰਾਣੀ ਦੀ ਵਾਪਸ ਜਿਉਂ ਦੀ ਤਿਉਂ ਹੀ ਲੈ ਕੇ ਆ ਗਿਆ। ਉਂਝ ਚਿੱਠੀ ਲੈ ਕੇ ਆ ਗਿਆ। ਜਦੋਂ ਚਿੱਠੀ ਲੈ ਕੇ ਆਇਆ ਤੇ ਹੁਣ ਸਾਰੇ ਦੁਆਲੇ ਹੋਏ ਰਾਜੇ ਦੇ, ਸਾਡਾ ਸਮਾਨ ਸਾਰਿਆਂ ਨੂੰ ਵੰਡ ਦਿੱਤਾ। ਸ਼ਾਮ ਪਈ ਏ, ਰਾਜਾ ਛੋਟੀ ਰਾਣੀ ਦੇ ਮਹੱਲਾਂ ਵੱਲ ਜਾਂਦਾ ਪਿਆ। ਸਾਰੇ ਪੁੱਛਦੇ ਨੇ ਹੱਦ ਹੋ ਗਈ, ਅਸੀਂ ਆਉਂਦਿਆਂ ਨੂੰ ਪਾਣੀ ਪੁੱਛਿਆ, ਅਸੀਂ ਆਉਂਦਿਆਂ ਨੂੰ ਪ੍ਰਸਾਦਾ ਪੁੱਛਿਆ, ਅਸੀਂ ਆਪਣੀਆਂ ਵਸਤੂਆਂ ਪੁੱਛੀਆਂ, ਤੁਹਾਡੇ ਤੋਂ ਪਿਆਰ ਨਾਲ ਇੰਨੇ ਪਦਾਰਥ ਮੰਗਾਏ ਨੇ, ਤੁਸੀਂ ਸਾਡੇ ਮਹੱਲਾਂ ਵਿੱਚ ਨਹੀਂ ਆ ਰਹੇ,
ਤੇ ਛੋਟੀ ਰਾਣੀ ਨੇ ਕੁਝ ਤੁਹਾਨੂੰ ਭੇਜਿਆ ਨਹੀਂ, ਕੇਵਲ ਲਾਲ ਰੰਗ ਦੀ ਸਿਹਾਈ ਨਾਲ ਇੱਕ ਅੱਖਰ ਲਿਖ ਕੇ ਭੇਜਿਆ ਹੈ, ਤੇ ਤੁਸੀਂ ਫਿਰ ਵੀ ਉਹਦੇ ਮਹੱਲਾਂ ਵੱਲ ਜਾਂਦੇ ਹੋ। ਰਾਜਾ ਕਹਿੰਦਾ ਤੁਹਾਨੂੰ ਮੈਂ ਕਿਵੇਂ ਸਮਝਾਵਾਂ, ਸੱਚ ਇਹ ਹੈ ਤੁਸੀਂ ਪਦਾਰਥ ਮੰਗੇ, ਤੁਸੀਂ ਵਸਤੂਆਂ ਮੰਗੀਆਂ, ਤੇ ਰਾਣੀ ਨੇ ਜਿਹੜਾ ਹੈ ਉਹ ਕੇਵਲ ਮੈਨੂੰ ਮੰਗਿਆ, ਇਸ ਕਰਕੇ ਮੈਂ ਉਹਦੇ ਮਹੱਲਾਂ ਵਿੱਚ ਜਾ ਰਿਹਾ। ਉਹ ਪੁੱਛਦੇ ਨੇ ਇਹ ਬੁਝਾਰਤ ਵੀ ਅਸੀਂ ਵੀ ਚਿੱਠੀ ਪੜ੍ਹੀ ਹੈ, ਚਿੱਠੀ ਉੱਤੇ ਤਾਂ ਕੇਵਲ ਤੋਂ ਕੇਵਲ ਸਾ ਲਿਖਿਆ ਹੋਇਆ ਸੀ। ਉਹ ਕਹਿੰਦਾ ਸੱਚ ਇਹ ਵੀ ਚਿੱਠੀ ਲਿਖੀ ਸੀ ਲਾਲ ਸਿਹਾਈ ਨਾਲ, ਤੇ ਤੁਸੀਂ ਸਾਂ ਦੇ ਅੱਗੇ ਲਾਲ ਸ਼ਬਦ ਲਗਾ ਕੇ ਪੜੋ, ਤੁਹਾਨੂੰ ਵਿਚਲਾ ਰਹੱਸ ਸਮਝ ਆਏਗਾ ਕਿ ਰਾਣੀ ਕਹਿ ਗਈ ਵੀ ਮੇਰੇ ਮਨ ਦੇ ਅੰਦਰ ਲਾਲਸਾ ਹੈ, ਮੇਰੇ ਮਨ ਦੇ ਅੰਦਰ ਲਾਲਸਾ ਹੈ। ਕਹਿਣ ਲੱਗੇ ਤੁਹਾਨੂੰ ਮਿਲਣ ਦੀ ਤਾਂਘ ਹੈ, ਸਵਾਮੀ ਜੀ ਤੁਸੀਂ ਕਦੋਂ ਆਓਗੇ? ਕਹਿਣ ਲੱਗੇ ਉਹਨੇ ਸੱਦਾ ਦਿੱਤਾ ਤੇ ਮੈਂ ਆ ਗਿਆ। ਤੁਹਾਨੂੰ ਪਦਾਰਥਾਂ ਨਾਲ ਪਿਆਰ ਸੀ, ਤੇ ਰਾਣੀ ਨੂੰ ਸਵਾਮੀ ਨਾਲ ਪਿਆਰ ਸੀ, ਆਪਣੇ ਮਾਲਕ ਨਾਲ ਪਿਆਰ ਸੀ। ਪਾਤਸ਼ਾਹ ਕਹਿੰਦੇ ਨੇ ਭਾਈ ਇੱਥੇ ਬਹੁਤ ਸਾਰੇ ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ। ਪਾਤਸ਼ਾਹ ਕਹਿੰਦੇ ਨੇ ਇੱਥੇ ਲੈ ਲੈ ਕੇ ਮੁੱਕਰਨ ਵਾਲੇ ਵੀ ਹੈਗੇ ਆ ਕਿ ਨਹੀਂ? ਰੱਬ ਜੀ ਨੇ ਬੜਾ ਕੁਝ ਦਿੱਤਾ ਹੈ, ਮਿਲ ਗਿਆ ਹੈ, ਫਿਰ ਵੀ ਮੁੱਕਰ ਜਾਂਦੇ। ਦੇਖੋ ਜੀ ਰੱਬ ਜੀ ਨੇ ਸਾਨੂੰ ਦਿੱਤਾ ਹੀ ਕੀ ਹੈ, ਕੁਝ ਵੀ ਤੇ ਨਹੀਂ ਦਿੱਤਾ। ਤੇ ਕਈ ਹਾਮੀ ਭਰਨ ਵਾਲੇ ਵੀ ਹੋਣਗੇ, ਹਾਂਜੀ ਹੈਗੇ ਆ, ਤੇ ਕਈ ਇਹੋ ਜਿਹੇ ਹੋਣਗੇ ਨਾ ਜੀ ਨਾ ਮੁੱਕਰਨ ਵਾਲੇ ਨਹੀਂ ਹੈ। ਕੌਣ ਮੁੱਕਰਦਾ? ਇੱਥੇ ਦਿੱਤਾ ਹੈ ਨਾ ਰੱਬ ਨੇ। ਧੰਨ ਗੁਰੂ ਅਰਜਨ ਸਾਹਿਬ ਝੂਠ ਤੇ ਨਹੀਂ ਬੋਲ ਸਕਦੇ ਨਾ, ਉਹ ਤੇ ਸੱਚ ਬੋਲਦੇ ਨੇ ਨਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਉਹ ਬੰਦਿਆ ਇੱਥੇ ਹੈਗੇ ਨੇ ਜਿਹੜੇ ਕੇਤੇ ਲਾਲਾ ਮੁੱਕਰ ਪਾਹੇ ਨੇ। ਪਾਤਸ਼ਾਹ ਕਹਿੰਦੇ ਨੇ 10 ਵਸਤੂ ਲੈ ਪਾਛੈ ਪਾਵੈ, ਏਕ ਬਸਤ ਕਾਰਨ ਬਿਖੋਟ ਗਵਾਵੈ। 10 ਵਸਤੂਆਂ ਲੈ ਕੇ ਇੱਥੇ ਹੈਗੇ ਨੇ ਜੋ ਇਤਵਾਰ ਗਵਾ ਦਿੰਦੇ ਨੇ, ਜਿਨ੍ਹਾਂ ਨੇ ਆਪਣਾ ਇਤਵਾਰ ਗਵਾ ਦਿੱਤਾ, ਮੁੱਕਰ ਗਏ। ਸਾਨੂੰ ਰੱਬ ਜੀ ਨੇ ਕੀ ਦਿੱਤਾ ਹੈ ਜੀ? ਕੁਝ ਵੀ ਤਾਂ ਨਹੀਂ ਦਿੱਤਾ। ਪਾਤਸ਼ਾਹ ਕਹਿੰਦੇ ਨੇ ਭਾਈ ਯਾਦ ਰੱਖੋ ਉਹ ਇਹੋ ਜੀ ਕਲਾ ਵੀ ਖੇਡ ਦਿੰਦਾ ਕਿ ਆਪਣੀ ਪ੍ਰਤੀਤ ਆਪ ਹੀ ਖੋਵੇ। ਅਸੀਂ ਆਪਣਾ ਵਿਸ਼ਵਾਸ ਆਪੇ ਹੀ ਖੋ ਲੈਂਦੇ ਹਾਂ, ਬਹੁਰ ਉਸਕਾ ਵਿਸ਼ਵਾਸ ਨਾ ਹੋਵੇ। ਵੀ ਜਦੋਂ ਅਸੀਂ ਆਪਣੀ ਪ੍ਰਤੀਤ ਆਪੇ ਹੀ ਖੋ ਲਾਂਗੇ ਫਿਰ ਰੱਬ ਵਿਸ਼ਵਾਸ ਕਰੇਗਾ, ਗੁਰੂ ਵਿਸ਼ਵਾਸ ਕਰੇਗਾ? ਕੋਈ ਵੀ ਵਿਸ਼ਵਾਸ ਨਹੀਂ ਕਰੇਗਾ। ਵਿਸ਼ਵਾਸ ਬਣਾਉਣਾ ਪਏਗਾ, ਤੇ ਵਿਸ਼ਵਾਸ ਬਣਾਉਣ ਵਾਸਤੇ ਸਾਨੂੰ ਕੀ ਕਰਨਾ ਪਏਗਾ? ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਿਸ ਕੀ ਵਸਤ ਤਿਸ ਆਗੇ ਰੱਖੇ, ਪ੍ਰਭ ਕੀ ਆਗਿਆ ਫਿਰ ਦੇਖਣਾ, ਉਸ ਤੇ ਚੋਗਨ ਕਰੇ ਨਿਹਾਲ, ਨਾਨਕ ਸਾਹਿਬ ਉਹ ਭਲਿਆ ਉੱਤੇ ਵਿਸ਼ਵਾਸ ਪੈਦਾ ਕਰ। ਉਹਦਾ ਨਾ ਸ਼ੁਕਰਾਨਾ ਨਾ ਹੋ, ਸ਼ੁਕਰਾਨਾ ਕਰ, ਉਹਦਾ ਧੰਨਵਾਦ ਕਰ। ਮੇਰੇ ਮਾਲਕ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇੱਥੇ ਤਾਂ ਮੇਰੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਨੇ ਇਸ ਤਰ੍ਹਾਂ ਦੀ ਸੋਚ ਦਿੱਤੀ ਹੈ ਸਾਨੂੰ ਕਿ ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ। ਮੇਰੇ ਮਾਲਕ ਜੀਓ ਇਹ ਦੁੱਖ ਇਹ ਭੁੱਖ ਇਹ ਮੇਰੇ ਮਾਲਕ ਜੇ ਮੇਰੇ ਭਾਗਾਂ ਵਿੱਚ ਹੈ ਤਾਂ ਇਹ ਵੀ ਤੇਰੀ ਓ ਦਾਤ ਹੈ, ਇਹ ਵੀ ਤੇਰੀ ਓ ਦਾਤ ਹੈ। ਸਤਿਗੁਰੂ ਮੈਂ ਤੇਰੀ ਰਜ਼ਾ ਵਿੱਚ ਰਾਜੀ ਰਹਿਣ ਵਾਸਤੇ ਤਿਆਰ ਹਾਂ। ਜੇ ਤੂੰ ਭੁੱਖਾ ਰੱਖੇ ਰੱਜਾ ਰੱਖੇ ਜਿਵੇਂ ਮਰਜ਼ੀ ਰੱਖੇ, ਹਰ ਦੁੱਖ ਸੁੱਖ ਵਿੱਚ ਜਿਹੜਾ ਮੈਂ ਤੇਰੀ ਰਜ਼ਾ ਵਿੱਚ ਰਹਿਣ ਵਾਸਤੇ ਤਿਆਰ ਹਾਂ। ਕਿਉਂ? ਕਿਉਂਕਿ ਬਾਬਾ ਫਰੀਦ ਬਜ਼ੁਰਗ ਸਾਨੂੰ ਸਮਝਾ ਗਏ। ਉਹ ਕਹਿੰਦੇ ਨੇ ਭਲਿਆ ਫਰੀਦਾ ਦੁੱਖ ਸੁੱਖ ਇੱਕ ਕਰ। ਬਾਬਾ ਫਰੀਦ ਨੇ ਕਿਹਾ ਅਲੱਗ ਅਲੱਗ ਨਾ ਵੇਖ, ਸੁੱਖ ਹੈ ਤੇ ਕਹਿੰਦਾ ਦਾਤ ਹੈ, ਦੁੱਖ ਆ ਗਿਆ ਤੇ ਕਹਿੰਦਾ ਨਹੀਂ ਰੱਬ ਨੇ ਕੀ ਕਰ ਦਿੱਤਾ, ਦੁੱਖ ਵੀ ਉਹਦੀ ਦਾਤ ਹੈ, ਬਰਾਬਰ ਸਮਝ। ਕਿਉਂਕਿ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਇਹ ਮਨੁੱਖਾਂ ਵਾਸਤੇ ਹੀ ਬਣੇ ਨੇ ਤੇ ਅਸੀਂ ਹੰਡਾਣੇ ਆ ਉਹਦੀ ਦਾਤਾਂ। ਬਾਬਾ ਫਰੀਦ ਸਾਹਿਬ ਆਖਦੇ ਨੇ ਫਰੀਦਾ ਦੁੱਖ ਸੁੱਖ ਇੱਕ ਕਰ, ਦਿਲ ਦੀ ਲਾਹੇ ਵਿਕਾਰ, ਦਿਲ ਤੇ ਲਾਹੇ ਵਿਕਾਰ। ਆਪਣੇ ਦਿਲ ਵਿੱਚੋਂ ਖਤਮ ਕਰ ਦੇ ਵਿਕਾਰ, ਮਿਟਾ ਦੇ।
ਪਾਤਸ਼ਾਹ ਕਹਿੰਦੇ ਨੇ ਕਿ ਯਾਦ ਰੱਖ ਅੱਲਾ ਭਾਵੈ ਸੋ ਭਲਾ, ਤਾਂ ਲੱਭੀ ਦਰਬਾਰ। ਜੇ ਉਹਦੇ ਸ਼ੁਕਰਾਨੇ 'ਚ ਰਵੇਂਗਾ ਨਾ, ਉਹਦੀ ਰਜ਼ਾ ਵਿੱਚ ਰਵੇਂਗਾ, ਜੋ ਅੱਲਾ ਨੂੰ ਭਾਉਂਦਾ ਉਹ ਪ੍ਰਵਾਨ ਹੋਏਗਾ, ਤੇ ਸੱਚ ਜਾਣ ਤੈਨੂੰ ਉਹਦਾ ਦਰਬਾਰ ਪ੍ਰਾਪਤ ਹੋ ਜਾਏਗਾ। ਪੰਚੇ ਪਾਵੇ ਦਰਗਾਹ ਮਾਨ, ਪੰਚੇ ਸੋਹੇ ਪਾਤਸ਼ਾਹ। ਉਹਦੀ ਹਜੇ ਵਿਆਖਿਆ ਚੱਲ ਰਹੀ ਹੈ। ਸਤਿਗੁਰੂ ਪਾਤਸ਼ਾਹ ਉਹੀ ਗੱਲ ਨੂੰ ਬਾਰ-ਬਾਰ ਪੌੜੀਆਂ ਦੇ ਵਿੱਚ ਅੱਗੇ ਗੁਰਦੇਵ ਪਾਤਸ਼ਾਹ ਕਹਿ ਰਹੇ ਨੇ ਕਿ ਧਿਆਨ ਰੱਖੋ, ਨਾਮ ਨੂੰ ਸੁਣੋਗੇ, ਨਾਮ ਨੂੰ ਮੰਨੋਗੇ, ਤੁਹਾਡੇ ਅੰਦਰ ਲਗਨ ਪੈਦਾ ਹੋਏਗੀ ਸ਼ੁਕਰਾਨਾ ਕਰਨ ਦੀ, ਦੁੱਖ ਸੁੱਖ ਨੂੰ ਜਰਨ ਦਾ ਤੁਹਾਡੇ ਅੰਦਰ ਮਾਦਾ ਆਵੇਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਯਾਦ ਰੱਖੋ, ਬੰਦ ਖਲਾਸੀ ਭਾਣੇ ਹੋਏ। ਲੋਕ ਪੁੱਛਦੇ ਨੇ ਇਹ ਵਿਕਾਰਾਂ ਤੋਂ ਬੰਦ ਖਲਾਸੀ ਕਿਵੇਂ ਹੋਵੇ, ਮਾਇਆ ਦੇ ਬੰਧਨ ਕਿਵੇਂ ਟੁੱਟਣ? ਤੇ ਸਤਿਗੁਰੂ ਬੜਾ ਸਪਸ਼ਟ ਜਵਾਬ ਦਿੰਦੇ ਨੇ, ਭਾਣੇ ਹੋਏ। ਰੱਬ ਦੀ ਰਜ਼ਾ ਵਿੱਚ ਜਿਉਣਾ ਸਿੱਖ ਲੈ, ਰੱਬ ਦੇ ਭਾਣੇ ਵਿੱਚ ਜਿਉਣਾ ਸਿੱਖ ਲੈ, ਕਿਉਂਕਿ ਇੱਥੇ ਭਗਤ ਉਸੇ ਨੂੰ ਕਿਹਾ ਜਾਂਦਾ ਹੈ ਜਿਹੜਾ ਰੱਬ ਦੀ ਰਜ਼ਾ ਵਿੱਚ ਤੁਰਨਾ ਸਿੱਖ ਲੈਂਦਾ ਹੈ। ਮੇਰੇ ਮਾਲਕ ਕਹਿੰਦੇ ਨੇ ਹੋਰ ਆਖ ਨਾ ਸਕੈ ਕੋਏ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਪਿਆਰਿਆ, ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਰਜ਼ਾ ਵਿੱਚ ਤੁਰਨ ਤੋਂ ਬਿਨਾ ਮੋਹ ਤੋਂ ਛੁਟਕਾਰਾ ਹੋਰ ਕਿਵੇਂ ਹੋ ਸਕਦਾ ਹੈ। ਹੋਰ ਕੋਈ ਵਸੀਲਾ ਨਹੀਂ ਹੈ, ਇਸ ਤੋਂ ਚੰਗਾ ਹੋਰ ਕੋਈ ਵਸੀਲਾ ਨਹੀਂ। ਇੱਕੋ ਹੀ ਵਸੀਲਾ ਹੈ, ਉਹਦੇ ਭਾਣੇ ਵਿੱਚ ਹੁਕਮ ਰਜ਼ਾਈ ਚੱਲਣਾ। ਇਹਦੇ ਵਿੱਚ ਜਿਹੜਾ ਤੁਰਨਾ ਸਿੱਖ ਲੈ। ਗੁਰਦੇਵ ਕਹਿੰਦੇ ਨੇ ਜੇ ਕੋ ਖਾਇਕ ਆਖਣ ਪਾਏ। ਜੇ ਕੋਈ ਖਾਇਕ ਦਾ ਅਰਥ ਤੇ ਕੀ ਹੈ? ਮੂਰਖ। ਪਾਤਸ਼ਾਹ ਕਹਿੰਦੇ ਨੇ ਕੋਈ ਮੂਰਖ ਬੰਦਾ ਜਿਹੜਾ ਹੈ ਉਹ ਮਾਇਆ ਦੇ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ ਦੱਸੇ, ਗੱਲਾਂ ਕਰੇ। ਬਹੁਤ ਹੈਗੇ ਹੈ, ਘੱਟ ਨਹੀਂ ਹੈ। ਇੱਥੇ ਲੋਕਾਂ ਨੂੰ ਲੁਭਾਉਣ ਵਾਸਤੇ ਲੋਕ ਗੱਲਾਂ ਕਰਦੇ ਨੇ, ਮੈਂ ਬ੍ਰਹਮ ਗਿਆਨੀ ਹਾਂ, ਮੈਂ ਵੱਡਾ ਪਹੁੰਚਿਆ ਹੋਇਆ ਸੰਤਾਂ। ਉਹ ਨਹੀਂ ਕਰਦੇ ਤੇ ਉਹਨਾਂ ਦੇ ਚੇਲੇ ਕਰ ਦਿੰਦੇ ਨੇ, ਸਾਡੇ ਬਾਬਾ ਜੀ ਤਾਂ 1008 ਨੇ। ਭਾਈ ਤੁਸੀਂ ਕਹਿੰਦੇ ਰਹੋ 1008 ਨੇ, ਮੇਰਾ ਗੁਰੂ ਕਹਿੰਦਾ ਯਾਦ ਰੱਖੋ, ਚੇਤੇ ਰੱਖੋ। ਉਹ ਕੌਣ ਨੇ? ਜੇ ਕੋ ਖਾਇਕ ਆਖਣ ਪਾਏ। ਪਾਤਸ਼ਾਹ ਕਹਿੰਦੇ ਮੂਰਖ ਹੈ। ਰੱਬ ਦਾ ਕੋਈ ਪਾਰਾਵਾਰ ਨਹੀਂ ਹੈਗਾ, ਰੱਬ ਦੀਆਂ ਦਾਤਾਂ ਦਾ ਕੋਈ ਪਾਰਾਵਾਰ ਨਹੀਂ, ਤਾਂ ਬੜਾ ਬੇਅੰਤ ਹੈਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਜਾਣੈ ਜੇਤਿਆਂ ਮੋਹ ਖਾਏ। ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਸ਼ਬਦ ਹੈ ਨਾ ਜੇਤੀਆਂ, ਇਹ ਸ਼ਬਦ ਇਸਤਰੀ ਲਿੰਗ ਹੈ, ਤੇ ਇਹਦੇ ਅਰਥ ਵੀ ਫਿਰ ਇਸਤਰੀ ਲਿੰਗ ਹੀ ਕਰਨੇ ਪੈਣਗੇ। ਕਰੀਏ ਹੁਣ? ਡੰਡੇ ਤਾਂ ਪੈਣਗੇ ਨਹੀਂ, ਕੀ ਪੈਣਗੀਆਂ? ਜੁੱਤੀਆਂ ਪੈਣਗੀਆਂ। ਪਾਤਸ਼ਾਹ ਕਹਿੰਦੇ ਨੇ ਫਿਰ ਉਹ ਤੇ ਚੋਟਾਂ ਪੈਣਗੀਆਂ, ਜੁੱਤੀਆਂ ਸਿਰ ਤੇ ਸਹਾਰਨੀਆਂ ਪੈਣਗੀਆਂ। ਤੇ ਇਸ ਕਰਕੇ ਭਾਈ ਤੂੰ ਰੱਬ ਦੀ ਰਜ਼ਾ ਵਿੱਚ ਜਿਉਣਾ ਸਿੱਖ ਲੈ। ਇੱਥੇ ਇਹ ਸਿਖਾਇਆ ਜਾਂਦਾ ਹੈ ਮੇਰੇ ਮਾਲਕ ਦੇ ਦਰ ਤੇ ਕਿ ਉਹ ਪਾਤਸ਼ਾਹ ਉਸ ਮਾਲਕ ਦੇ ਅੱਗੇ ਇਉਂ ਆਖਿਆ ਕਰ ਕਿ ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁਖ ਨਹੀਂ ਮੋਰੇ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਬਸ ਇੱਕ ਗੱਲ ਸਿੱਖ ਆਪੇ ਜਾਣੈ ਆਪੇ ਦੇ, ਆਖੈ ਸੇ ਭੇ ਕਈ ਕੇ। ਗੁਰਦੇਵ ਕਹਿੰਦੇ ਨੇ ਸਾਰੇ ਨਾ ਸੁਕਰੇ ਨਹੀਂ ਨੇ, ਸਾਰੇ ਮੂਰਖਾਂ ਵਾਲੀਆਂ ਗੱਲਾਂ ਕਰਨ ਵਾਲੇ ਨਹੀਂ ਨੇ, ਹੈਗੇ ਨੇ ਬਹੁਤ ਸਾਰੇ ਧਰਮੀ ਜਿਹੜੇ ਇਹ ਗੱਲ ਜਾਣਦੇ ਨੇ ਕਿ ਮਨੁੱਖ ਇਹ ਗੱਲ ਵੀ ਆਖਦੇ ਹਨ ਕਿ ਅਕਾਲ ਪੁਰਖ ਆਪ ਹੀ ਜੀਵਾਂ ਦੀਆਂ ਲੋੜਾਂ ਜਾਣਦਾ ਹੈ ਤੇ ਆਪ ਹੀ ਉਹ ਦਾਤਾਂ ਦੇ ਰਿਹਾ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਜਿਸ ਨੂੰ ਉਹ ਮਾਲਕ ਸਿਫਤ ਸਲਾਹ ਦੀ ਦਾਤ ਬਖਸ਼ਿਸ਼ ਕਰਦਾ ਹੈ, ਬੰਦਗੀ ਦੀ ਦਾਤ ਬਖਸ਼ਿਸ਼ ਕਰਦਾ ਹੈ, ਜਿਸ ਤੇ ਉਹ ਨਦਰੇ ਕਰਮ ਕਰਦਾ ਹੈ। ਮੇਰੇ ਮਾਲਕ ਕਹਿੰਦੇ ਨੇ ਨਾਨਕ ਪਾਤਸ਼ਾਹੀ ਪਾਤਸ਼ਾਹ, ਜਿਸ ਤੇ ਉਹ ਰਹਿਮਤ ਕਰ ਦੇਵੇ, ਸਿਫਤ ਸਲਾਹ ਦੀ ਦਾਤ ਦੇ ਦੇਵੇ, ਉਹ ਤੇ ਪਾਤਸ਼ਾਹ ਦਾ ਪਾਤਸ਼ਾਹ ਹੋ ਜਾਂਦਾ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਅਸੀਂ ਬੜੀ ਵਾਰ ਪੜ੍ਹਿਆ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਜਿਹਦੇ ਮਨ ਵਿੱਚ ਹਰੀ ਦਾ ਨਾਮ ਹੈ ਨਾ, ਜਿਹਦਾ ਮਨ ਹਰੀ ਦੇ ਨਾਮ ਵਿੱਚ ਭਿੱਜਿਆ ਹੋਇਆ, ਉਹ ਤਾਂ ਸਾਰੀ ਸਗਲੀ ਸ੍ਰਿਸ਼ਟ ਦਾ ਰਾਜਾ ਹੈ।
ਤੇ ਜੇ ਕੋਈ ਰਾਜਾ ਵੀ ਹੋਵੇ ਸਾਰੀ ਸ੍ਰਿਸ਼ਟੀ ਦਾ, ਤੇ ਗੁਰਬਾਣੀ ਕਹਿੰਦੀ ਹੈ ਜੇ ਨਾਮ ਨਹੀਂ ਤਾਂ ਯਾਦ ਰੱਖੋ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਪਾਤਸ਼ਾਹ ਕਹਿੰਦੇ ਫਿਰ ਬੇਕਾਰ ਹੈ, ਬੇਅਰਥ ਹੈ। ਆਓ ਸਮਾਂ ਕੁਝ ਵਧੇਕ ਲੱਗ ਗਿਆ ਹੈ, ਇਸ ਪੌੜੀ ਨੂੰ ਹੋਰ ਜਿਹੜਾ ਹੈ ਉਹ ਵੀਰ ਜੀ ਪਾਸੋਂ ਆਪਾਂ ਜਾਣਨ ਦਾ ਯਤਨ ਕਰੀਏ ਜੀ। ਇੱਕ ਰਾਜੇ ਦਾ ਪੁੱਤਰ ਉਹ ਆਪਣੇ ਉਸਤਾਦ ਨੂੰ ਖੁਸ਼ ਕਰਨ ਵਾਸਤੇ ਅਖੀਰਲੇ ਸਮੇਂ ਜਦੋਂ ਜਾਣ ਲੱਗਾ ਨਾ, ਤੇ ਉਹਨੇ ਇਹ ਗੱਲ ਕਹੀ, ਕਹਿਣ ਲੱਗਾ ਮੈਂ ਨਾ ਸਭ ਤੋਂ ਵੱਡਾ ਦਾਤਾ ਬਣਾਂਗਾ, ਤੁਹਾਡਾ ਨਾਮ ਵੀ ਰੋਸ਼ਨ ਹੋਏਗਾ। ਉਸਤਾਦ ਹੱਸ ਪਿਆ, ਕਹਿਣ ਲੱਗਾ ਪੁੱਤ ਤੂੰ ਬਣ ਨਹੀਂ ਸਕੇਗਾ। ਹੁਣ ਚੇਤੇ ਰੱਖਣਾ ਵੀ ਈਗੋ ਤੇ ਸੱਟ ਬਹੁਤ ਛੇਤੀ ਬੰਦਾ ਖਾਂਦਾ ਹੈ। ਇੱਕ ਤਾਂ ਪੁੱਤ ਰਾਜੇ ਦਾ, ਇੱਕ ਉਹ ਉਸਤਾਦ ਨੂੰ ਖੁਸ਼ ਕਰਨਾ ਚਾਹੁੰਦਾ ਸੀ, ਇੱਕ ਉਹਨੇ ਪੜ੍ਹਾਈ ਬੜੀ ਵਧੀਆ ਢੰਗ ਦੇ ਨਾਲ ਕੀਤੀ ਤੇ ਉਹਨੇ ਆਪਣਾ ਏਮ ਵੀ ਸੋਚਿਆ ਮੈਂ ਤੇ ਮਾੜੀ ਗੱਲ ਨਹੀਂ ਕਹੀ। ਤੇ ਇਹ ਮੇਰੇ ਉਸਤਾਦ ਨੇ ਕੀ ਕਹਿਤਾ ਅਖੀਰਲੇ ਸਮੇਂ ਵੀ ਪੁੱਤ ਇਹ ਤੂੰ ਨਹੀਂ ਕਰ ਸਕੇਗਾ, ਮੈਂ ਕਰਕੇ ਵਿਖਾਵਾਂਗਾ। ਜਿਵੇਂ ਹੀ ਉਹ ਰਾਜਗੱਦੀ ਤੇ ਬਹਿੰਦਾ ਹੈ, ਉਹ ਆਪਣੇ ਉਸਤਾਦ ਨੂੰ ਵੀ ਉੱਥੇ ਰੱਖਦਾ ਹੈ, ਉਹਦੇ ਸਾਹਮਣੇ ਸੋਨਾ ਦਿੰਦਾ, ਉਹਦੇ ਸਾਹਮਣੇ ਚਾਂਦੀ ਦਿੰਦਾ, ਉਹਦੇ ਸਾਹਮਣੇ ਧਨ ਪਦਾਰਥ ਦਿੰਦਾ, ਖਾਣ ਦੀਆਂ ਵਸਤੂਆਂ ਦਿੰਦਾ। ਸਾਰੇ ਕਹਿੰਦੇ ਬੜਾ ਵੱਡਾ ਦਾਤਾ ਹੈ। ਉਹ ਆਪਣੇ ਉਸਤਾਦ ਵੱਲ ਵੇਖਦਾ ਵੀ ਇਹ ਕੀ ਕਹਿੰਦਾ, ਉਹ ਕੁਝ ਵੀ ਨਹੀਂ ਕਹਿੰਦਾ। ਹੁਣ ਸੁਣਨਾ ਚਾਹੁੰਦਾ ਕਿ ਮੇਰਾ ਉਸਤਾਦ ਕਵੇ ਕਿ ਤੂੰ ਸਭ ਤੋਂ ਵੱਡਾ ਦਾਤਾ ਹੈ, ਪਰ ਉਹ ਕਹਿੰਦਾ ਨਹੀਂ। ਅਖੀਰ ਕਈ ਸਾਲ ਇਹ ਕਰਦਾ ਰਿਹਾ, ਉਹਨੇ ਪੁੱਛ ਹੀ ਲਿਆ। ਫਿਰ ਕਹਿਣ ਲੱਗਾ ਮੈਂ ਤੁਹਾਡੇ ਨਾਲ ਇੱਕ ਵਾਅਦਾ ਕੀਤਾ ਸੀ ਜਦੋਂ ਆਇਆ ਸੀ ਕਿ ਮੈਂ ਸਭ ਤੋਂ ਵੱਡਾ ਦਾਤਾ ਬਣਨਾ ਹੈ, ਤੁਹਾਡਾ ਨਾਮ ਵੀ ਰੋਸ਼ਨ ਹੋਏਗਾ, ਤੇ ਤੁਸੀਂ ਮੈਨੂੰ ਇੱਕ ਗੱਲ ਕਹੀ ਸੀ ਹੋ ਨਹੀਂ ਸਕਦਾ। ਕੀ ਮੈਂ ਆਪਣੇ ਵਚਨ ਤੇ ਪਹਿਰਾ ਦੇ ਪਾ ਰਿਹਾ? ਉਸਤਾਦ ਫਿਰ ਹੱਸਦਾ, ਕਹਿੰਦੇ ਪੁੱਤ ਵੀ ਤੂੰ ਕਰ ਹੀ ਨਹੀਂ, ਹੋ ਹੀ ਨਹੀਂ ਸਕਦਾ। ਉਹ ਕਹਿੰਦਾ ਕਿਉਂ ਨਹੀਂ ਹੋ ਸਕਦਾ? ਕਿਹੜਾ ਐਸਾ ਰਾਜਾ ਹੈ, ਕਿਹੜਾ ਐਸਾ ਦਾਤਾ ਹੈ ਜਿਹਨੇ ਇੰਨਾ ਕੁਝ ਕੀਤਾ ਹੋਵੇ? ਤੁਹਾਡੇ ਸਾਹਮਣੇ ਮੈਂ ਹੀਰੇ ਦਿੱਤੇ, ਮੋਤੀ ਦਿੱਤੇ, ਸੋਨਾ ਦਿੱਤਾ, ਚਾਂਦੀ ਦਿੱਤਾ, ਧਨ ਪਦਾਰਥ ਦਿੱਤੇ, ਕੋਈ ਨਹੀਂ ਭੁੱਖਾ ਹੈਗਾ ਮੇਰੇ ਰਾਜ ਵਿੱਚ। ਤੁਸੀਂ ਕਿਹਨੂੰ ਸਮਝਦੇ? ਕਹਿੰਦੇ ਮੇਰੇ ਤੋਂ ਵੱਡਾ ਕੋਈ ਦਾਤਾ ਹੈ? ਕਹਿੰਦਾ ਹੈਗਾ। ਕੌਣ ਹੈ? ਕਹਿਣ ਲੱਗੇ ਪੁੱਤ ਹੁਣ ਨਹੀਂ, ਹੁਣ ਮੈਨੂੰ ਜ਼ਰੂਰੀ ਕੰਮ ਹੈ, ਸਵਾਲ ਤੇਰਾ ਵੀ ਬੜਾ ਜ਼ਰੂਰੀ ਹੈ, ਪਰ ਜੇ ਤੈਨੂੰ ਜਵਾਬ ਚਾਹੀਦਾ ਹੈ ਨਾ ਤੇ ਤੂੰ ਮੇਰੇ ਕੋਲ ਸਵੇਰੇ ਆਈ, ਪਰ ਅੱਜ ਤੋਂ ਬਾਅਦ ਮੈਂ ਤੇਰੇ ਦਰਬਾਰ 'ਚ ਨਹੀਂ ਆਉਂਦਾ। ਕਹਿ ਕੇ ਚਲੇ ਗਿਆ। ਹੁਣ ਉਹ ਕਵੇ ਹੱਦ ਹੋ ਗਈ, ਮੈਂ ਸਵਾਲ ਪੁੱਛੀ, ਹੁਣ ਇਹ ਕਹਿੰਦਾ ਮੈਂ ਤੇਰੇ ਦਰਬਾਰ ਵਿੱਚ ਨਹੀਂ ਆਊਂਗਾ, ਪੁੱਛੂੰਗਾ ਤਾਂ ਮੈਂ ਸਵੇਰੇ ਹੀ ਜਾ ਵੜਿਆ। ਉਹ ਤਿਆਰੀ ਕਰ ਰਿਹਾ ਸੀ, ਕਹਿਣ ਲੱਗਾ ਮੈਂ ਆ ਗਿਆ। ਕਿ ਚੰਗਾ ਤੂੰ ਆ ਗਿਆ, ਮੈਨੂੰ ਵੀ ਕੋਈ ਸਾਥ ਚਾਹੀਦਾ ਸੀ, ਉੱਤੇ 2 ਬੰਦੇ ਹੀ ਜਾ ਸਕਦੇ, ਚੱਲ ਚੱਲੀਏ, ਫੌਜਾਂ ਇੱਥੇ ਰਹਿਣ ਦੇ, ਆਪਾਂ ਦੋਨੋਂ ਚੱਲਦੇ ਹਾਂ, ਰਸਤੇ ਵਿੱਚ ਹੀ ਤੇਰੀ ਗੱਲ ਦਾ ਜਵਾਬ ਮੈਂ ਦੇ ਦੇਵਾਂਗਾ। ਨਾਲ ਤੁਰ ਪਿਆ। ਉਹ ਕਿਸੇ ਐਸੇ ਰਸਤੇ ਉੱਤੇ ਤੁਰ ਪਿਆ ਜਿੱਥੇ ਰੇਤਾ ਹੀ ਰੇਤਾ ਸੀ, ਰੇਗਿਸਤਾਨ ਜਾਂ ਰੇਤਾ ਸੀਗਾ। ਹੁਣ ਤੁਰਨਾ ਔਖਾ ਹੈ। ਜਿਵੇਂ ਜਿਵੇਂ ਦਿਨ ਉੱਪਰ ਚੜ੍ਹੇ, ਪਿਆਸ ਲੱਗੇ ਉਸ ਨੂੰ, ਪਸੀਨਾ ਆ ਰਿਹਾ ਉਸ ਨੂੰ, ਕੋਈ ਸੇਵਕ ਕੋਲ ਹੈ ਨਹੀਂ, ਜਿਹੜਾ ਬਹੁਤ ਆਰਾਮ ਪਸੰਦ ਹੋਵੇ ਉਹਨੂੰ ਔਖਾ ਵੀ ਹੋ ਜਾਂਦਾ। ਉਹ ਕਹਿਣ ਲੱਗਾ ਉਸਤਾਦ ਜੀ ਕਿੱਥੇ ਤੁਰੇ ਹੋਏ ਹੋ, ਕਿਹੋ ਜਿਹਾ ਰਸਤਾ ਏ? ਆਪਾਂ ਘੋੜੇ ਲਿਆਉਂਦੇ, ਆਪਾਂ ਹਾਥੀ ਲਿਆਉਂਦੇ, ਰੱਥ ਲਿਆਉਂਦੇ, ਸੇਵਕ ਲਿਆਉਂਦੇ, ਪਾਲਕੀ ਵਿੱਚ ਆਉਂਦੇ, ਇੱਥੇ ਤਾਂ ਮਰ ਗਿਆ ਮੈਂ ਬਿਲਕੁਲ ਹੀ। ਮੈਨੂੰ ਤਾਂ ਪਿਆਸ ਲੱਗੀ ਹੈ, ਮੈਨੂੰ ਤਾਂ ਪਾਣੀ ਚਾਹੀਦਾ, ਪਾਣੀ ਪਿਆਓ। ਉਹ ਕਹਿਣ ਲੱਗਾ ਰਾਜਨ ਵੀ ਪਾਣੀ ਤਾਂ ਹੈ ਨਹੀਂ, ਥੋੜ੍ਹਾ ਜਿਹਾ ਅੱਗੇ ਚੱਲਦੇ ਹਾਂ ਹੋਰ ਮਿਲ ਜਾਏਗਾ। ਥੋੜ੍ਹਾ ਹੋਰ ਤੁਰਿਆ, ਹੋਰ ਸਾਹ ਚੜ੍ਹ ਗਿਆ, ਹੁਣ ਤਾਂ ਬਹੁਤ ਜ਼ਿਆਦਾ ਪਿਆਸ ਲੱਗੀ, ਬਹਿ ਗਿਆ। ਕਹਿੰਦਾ ਨਾ, ਤੁਸੀਂ ਬਦਲਾ ਲਿਆ, ਮੈਂ ਤੁਹਾਡੀ ਗੱਲ ਨੂੰ ਝੂਠਾ ਕੀਤਾ ਨਾ, ਸਭ ਤੋਂ ਵੱਡਾ ਦਾਤਾ ਬਣਿਆ, ਤੁਹਾਡੇ ਕੋਲ ਜਵਾਬ ਨਹੀਂ ਸੀ, ਤੁਸੀਂ ਮੇਰੇ ਨਾਲ ਧੋਖਾ ਕੀਤਾ। ਆ ਹੁਣ ਮੈਂ ਮਰ ਜਾਣਾ, ਮੈਨੂੰ ਪਿਆਸ ਲੱਗੀ, ਮੇਰਾ ਗਲਾ ਸੁੱਕਦਾ ਪਿਆ, ਹੁਣ ਮੈਂ ਇੱਕ ਕਦਮ ਨਹੀਂ ਚੱਲ ਸਕਦਾ, ਮੈਨੂੰ ਮੇਰੀ ਮੌਤ ਚੇਤੇ ਆ ਰਹੀ ਹੈ, ਤੜਪ ਰਿਹਾ ਬੈਠਾ ਪਿਆਸ ਦੇ ਨਾਲ। ਉਹਦਾ ਉਸਤਾਦ ਕਹਿੰਦਾ ਰਾਜਨ ਵੀ ਵਾਕਈ ਤੂੰ ਮਰ ਰਹੇ? ਉਹਨੇ ਬੁੱਲ ਸੁੱਕੇ ਨਾਲ ਕਿਹਾ, ਕਹਿੰਦਾ ਹਾਂ ਮੈਂ ਮਰ ਜਾਵਾਂਗਾ ਮੈਨੂੰ ਲੱਗਦਾ। ਇਹੋ ਜਿਹੇ ਹਾਲਾਤ ਵਿੱਚ ਜੇ ਤੈਨੂੰ ਕੋਈ ਗਲਾਸ ਪਾਣੀ ਦਾ ਦੇ ਦੇਵੇ ਤੇ ਉਹਨੂੰ ਕੀ ਦਊਂਗਾ? ਉਹ ਕਹਿਣ ਲੱਗਾ ਜੇ ਹੁਣ ਕੋਈ ਪਾਣੀ ਦੇਵੇ ਮੈਂ ਅੱਧਾ ਰਾਜ ਦੇ ਦੂੰਗਾ ਉਹਨੂੰ ਆਪਣਾ।
ਉਹ ਕਹਿਣ ਲੱਗਾ ਰਾਜਨ ਫਿਰ ਮੇਰੇ ਕੋਲ ਪਾਣੀ ਹੈਗਾ। ਉਹਨੇ ਇੱਕ ਗਲਾਸ ਪਾਣੀ ਦਾ ਉਹਨੂੰ ਦਿੱਤਾ, ਉਹਨੇ ਪੀਤਾ, ਸਾਹ ਆਇਆ। ਕਹਿਣ ਲੱਗਾ ਉਸਤਾਦ ਜੀ ਪਹਿਲਾਂ ਕਿਉਂ ਨਹੀਂ ਦਿੱਤਾ ਤੁਸੀਂ? ਕਹਿਣ ਲੱਗੇ ਨਹੀਂ, ਪਿਛਲੀ ਧਰਤੀ ਵਿੱਚ ਕੋਈ ਐਸੀ ਉੱਥੇ ਪਾਣੀ ਨਹੀਂ ਸੀ ਪੀਣਾ, ਮੈਂ ਤਾਂ ਰੋਕ ਦਿੱਤਾ ਸੀਗਾ। ਕੋਈ ਗੱਲ ਨਹੀਂ, ਭਾਵੇਂ ਥੋੜ੍ਹਾ ਜਿਹਾ ਅੱਗੇ ਜਾਣਾ। ਫਿਰ ਤੁਰ ਪਏ, ਫਿਰ ਤੁਰਾਇਆ ਉਸ ਨੂੰ। ਹੁਣ ਇਹ ਕੁਦਰਤ ਦਾ ਇੱਕ ਵਿਧਾਨ ਹੈ ਵੀ ਜੋ ਕੁਝ ਤੁਸੀਂ ਖਾਧਾ ਪੀਤਾ ਹੈ ਉਹ ਮਲ ਮੂਤਰ ਦੇ ਰਾਹੀਂ ਬਾਹਰ ਵੀ ਆਉਣਾ ਹੈ। ਥੋੜ੍ਹਾ ਜਿਹਾ ਅੱਗੇ ਤੁਰਿਆ ਅਤੇ ਉਹਨੂੰ ਲਘੂ ਸ਼ੰਕਾ ਜਿਹੜੀ ਹੈਗੀ ਉਹਦੀ ਲੋੜ ਮਹਿਸੂਸ ਹੋਈ, ਅਤੇ ਉਸਤਾਦ ਨੇ ਡਰਾਤਾ। ਕਹਿੰਦਾ ਇਹ ਤਾਂ ਸਰਾਪੀ ਧਰਤੀ ਹੈ, ਇੱਥੇ ਜੇ ਤੂੰ ਇਹ ਕੰਮ ਕਰੇਗਾ ਨਾ ਤੇਰੇ ਤਾਂ ਸਿਰ ਦੇ ਟੁਕੜੇ ਹੋ ਜਾਣੇ ਆ, ਤੂੰ ਤਾਂ ਬਚਦਾ ਕੋਈ ਨਹੀਂ। ਜੇ ਸਿਰ ਦੇ ਟੁਕੜੇ ਨਾ ਹੋਏ ਤਾਂ ਤੇਰੇ ਘਰ ਵਿੱਚ ਕੋਈ ਮਰੇਗਾ, ਤੇਰਾ ਪੁੱਤ ਧੀ। ਇੱਥੇ ਨਹੀਂ ਕੰਮ ਕਰਨਾ, ਤੇਜ਼ੀ ਨਾਲ ਤੁਰ, ਅੱਗੇ ਹੈਗਾ ਥੋੜ੍ਹਾ ਸਮਾਂ। ਉਹਨੂੰ ਤੇਜ਼ੀ ਨਾਲ ਤੁਰਾਇਆ। ਹੁਣ ਜਿਉਂ-ਜਿਉਂ ਤੁਰੇ ਤਿਵੇਂ ਔਖਾ ਹੋਵੇ, ਡਰਿਆ ਵੀ ਹੋਇਆ, ਮੁਸ਼ਕਿਲ ਦਾ। ਅਖੀਰ ਮੈਂ ਸੰਖੇਪ ਕਰਾਂ, ਕੰਟਰੋਲ ਕਰਨਾ ਉਹਨੂੰ ਔਖਾ ਹੋ ਗਿਆ। ਕਹਿਣ ਲੱਗਾ ਉਸਤਾਦ ਜੀ ਮੈਂ ਤਾਂ ਮਰ ਜਾਵਾਂਗਾ, ਹੁਣ ਬੜੀ ਪੀੜ ਹੈ। ਕਹਿੰਦੇ ਕੋਈ ਗੱਲ ਨਹੀਂ, ਹੁਣ ਨਿਕਲ ਗਈ ਉਹ ਧਰਤੀ, ਉਹ ਜਾ ਪਰਾਂ ਹੋਇਆ। ਆ ਕੇ ਬੜੀ ਸ਼ਾਂਤੀ ਜਿਹੀ ਮਹਿਸੂਸ ਕੀਤੀ। ਕਹਿੰਦੇ ਵਾਕਈ ਇਹ ਤਾਂ ਨਿਰੀ ਮੌਤ ਸੀ। ਉਹ ਕਹਿਣ ਲੱਗਾ, ਕਹਿੰਦਾ ਰਾਜਨ ਇੱਕ ਗੱਲ ਦੱਸ, ਵੀ ਸੱਚਮੁੱਚ ਜੇ ਤੈਨੂੰ ਇਸ ਤਰ੍ਹਾਂ ਬੰਨ੍ਹ ਪੈ ਜਾਏ, ਤੇਰੇ ਪਿਸ਼ਾਬ ਦਾ ਬੰਨ੍ਹ ਪੈ ਜਾਏ, ਤੇ ਤੂੰ ਐਵੇਂ ਤੜਪੇ ਤੇ ਕੋਈ ਇਲਾਜ ਕਰਨ ਵਾਲਾ ਨਾ ਹੋਵੇ, ਫਿਰ ਤੇਰਾ ਕੀ ਬਣੇਗਾ? ਕਹਿੰਦਾ ਇੱਕੋ ਹੀ ਹੈ, ਮੈਂ ਤੜਪ ਤੜਪ ਕੇ ਮਰਾਂਗਾ, ਹੋਰ ਕੁਛ ਨਹੀਂ ਹੋ ਸਕਦਾ। ਕਹਿੰਦਾ ਜੀ ਇਹੋ ਜਿਹੇ ਹਾਲਾਤ ਵਿੱਚ ਕੋਈ ਆਵੇ ਐਸਾ ਵੈਦ ਜਿਹੜਾ ਕਵੇ ਕਿ ਮੈਂ ਤੇਰਾ ਰੋਗ ਠੀਕ ਕਰ ਸਕਦਾ, ਤੂੰ ਉਹਨੂੰ ਕੀ ਦੇਂਗਾ? ਕਹਿੰਦਾ ਮੈਂ ਉਹਨੂੰ ਪੜਾਦਾ ਰਾਜ ਦੇ ਦੂੰਗਾ। ਉਹ ਤਾੜੀ ਮਾਰ ਕੇ ਹੱਸਿਆ ਉੱਚੀ ਉੱਚੀ। ਕਹਿਣ ਲੱਗਾ ਲੈ ਤੈਨੂੰ ਆਪਣੇ ਸਵਾਲ ਦਾ ਜਵਾਬ ਪਤਾ ਲੱਗ ਗਿਆ? ਕਹਿੰਦੇ ਕਿਹੜੇ ਸਵਾਲ ਦਾ ਜਵਾਬ? ਵੱਡੇ ਦਾਤੇ ਦਾ। ਕਹਿੰਦਾ ਕੀ ਜਵਾਬ ਦਿੱਤਾ? ਕਹਿਣ ਲੱਗੇ ਤੂੰ ਆਪਣੇ ਆਪ ਨੂੰ ਸਮਝਦਾ ਵੱਡਾ ਦਾਤਾ, ਪਰ ਚੇਤੇ ਰੱਖ ਤੂੰ ਅੱਧਾ ਰਾਜ ਉਦੋਂ ਦੇ ਕੇ ਆਇਆ ਜਦੋਂ ਇੱਕ ਗਲਾਸ ਪਾਣੀ ਦਾ ਤੂੰ ਪੀਤਾ ਸੀ, ਅਤੇ ਅੱਧਾ ਰਾਜ ਤੂੰ ਹੁਣ ਦੇ ਕੇ ਆਇਆ ਉਹੀ ਪਾਣੀ ਦੇ ਨਿਕਾਸ ਦੇ ਲਈ। ਤੇਰੇ ਪੂਰੇ ਰਾਜ ਦੀ ਕੀਮਤ ਇੱਕ ਗਲਾਸ ਪਾਣੀ ਹੈ। ਚੱਲ ਚੱਲੀਏ ਸਮੁੰਦਰ 'ਤੇ, ਮੈਂ ਗਲਾਸ ਕੱਢੀ ਜਾਵਾਂਗਾ, ਤੂੰ ਗਿਣੀ ਜਾਈ, ਅਤੇ ਓਨੇ ਰਾਜ ਉਸ ਪਾਣੀ ਦੇ ਬਦਲੇ ਜਾਣਗੇ ਜਿਸ ਨੇ ਇਹ ਪਾਣੀ ਇਸ ਧਰਤੀ ਨੂੰ ਫ੍ਰੀ ਵਿੱਚ ਦਿੱਤਾ ਹੈ। ਤੂੰ ਕਿੱਥੋਂ ਵੱਡਾ ਦਾਤਾ ਹੋ ਜਾਏਗਾ? ਤੇਰਾ ਤਾਂ ਰਾਜ ਤੇਰੇ ਕੋਲ ਹੈ ਹੀ ਇੰਨਾ ਸੀ ਤਾਂ ਤੂੰ ਕਹਿ ਦਿੱਤਾ, ਜੇ ਇਸ ਤੋਂ ਦੁੱਗਣਾ ਹੁੰਦਾ ਤਾਂ ਵੀ ਤੂੰ ਕਹਿਣਾ ਸੀ ਇੱਦਾਂ ਰਾਜ। ਉਹ ਭਲਿਆ ਰੱਬ ਐਡਾ ਵੱਡਾ ਦਾਤਾ ਹੈ, ਉਹਦੇ ਦਿੱਤੇ ਪਾਣੀ ਦਾ ਗਿਲਾਸ ਦਾ ਮੁੱਲ ਵੀ ਤੂੰ ਨਹੀਂ ਮੋੜ ਸਕਦਾ, ਉਹਦੀ ਦਿੱਤੀ ਅਰੋਗਤਾ ਦਾ ਮੁੱਲ ਵੀ ਤੂੰ ਨਹੀਂ ਮੋੜ ਸਕਦਾ, ਉਹਦੇ ਦਿੱਤੀਆਂ ਹੋਈਆਂ ਅੱਖਾਂ ਬਾਹਾਂ ਦਾ ਤੂੰ ਮੁੱਲ ਨਹੀਂ ਮੋੜ ਸਕਦਾ। ਤੂੰ ਕਿੱਥੇ ਵੱਡਾ ਦਾਤਾ ਬਣਨ ਤੁਰਿਆ? ਤੂੰ ਤਾਂ ਸੇਵਕ ਬਣ, ਸੇਵਕ ਰੱਬ ਦਾ। ਤੂੰ ਦਾਤਾ ਨਾ ਬਣ, ਦਾਤਾ ਇੱਕੋ ਹੀ ਹੈ। ਸਮਝਾ ਦਿੱਤੀ ਇਹ ਗੱਲ। ਖਸਮ ਵੱਡਾ ਦਾਤਾਰ ਹੈ, ਖਸਮ ਵੱਡਾ ਦਾਤਾਰ ਹੈ, ਖਸਮ ਵੱਡਾ ਦਾਤਾਰ ਹੈ, ਖਸਮ ਵੱਡਾ ਦਾਤਾਰ ਹੈ। ਜੋ ਇੱਛੇ ਸੋ ਫਲ ਪਾਏ, ਜੋ ਇੱਛੇ ਸੋ ਫਲ ਪਾਏ, ਜੋ ਇੱਛੇ ਸੋ ਫਲ ਪਾਏ, ਜੋ ਇੱਛੇ ਸੋ ਫਲ ਪਾਏ। ਇਹ ਗੱਲ ਆਪਾਂ ਸਮਝ ਲਈਏ। ਸਾਡੇ ਵਿੱਚ ਕੋਈ ਦਾਤਾ ਨਹੀਂ ਬਣ ਸਕਦਾ, ਅਸੀਂ ਤਾਂ ਭਿਖਾਰੀ ਦੇ ਭਿਖਾਰੀ ਰਹਿਣਾ। ਸਤਿਗੁਰ ਕਹਿੰਦੇ ਤੂੰ ਦਾਤਾ ਮੰਗਨ ਕੋ ਸਗਲੀ, ਤੂੰ ਦਾਤਾ ਮੰਗਨ ਕੋ ਸਗਲੀ, ਤੂੰ ਦਾਤਾ ਮੰਗਨ ਕੋ ਸਗਲੀ, ਤੂੰ ਦਾਤਾ ਮੰਗਨ ਕੋ ਸਗਲੀ। ਦਾਨ ਦੇ ਪ੍ਰਭ ਭਾਨੈ, ਦਾਨ ਦੇ ਪ੍ਰਭ ਭਾਨੈ, ਦਾਨ ਦੇ ਪ੍ਰਭ ਭਾਨੈ, ਦਾਨ ਦੇ ਪ੍ਰਭ ਭਾਨੈ। ਰੱਬ ਹੀ ਦਾਤਾ ਹੈ, ਬਾਕੀ ਤੇ ਭਿਖਾਰੀ ਨੇ, ਪਰ ਭਿਖਾਰੀ ਵਿਗੜੇ ਹੋਏ ਨੇ। ਭਿਖਾਰੀ ਬਹੁਤੇ ਵਿਗੜੇ ਹੋਏ ਨੇ। 3 ਪ੍ਰਕਾਰ ਦੀਆਂ ਕੈਟਾਗਰੀਆਂ ਆਈਆਂ ਇਹਦੇ ਵਿੱਚ। ਇੱਕ ਤੇ ਉਹ ਜੋ ਲੈ ਲਏ, ਸ਼ੁਕਰਾਨਾ ਕੋਈ ਕੀਤਾ ਹੀ ਨਹੀਂ, ਖਾਣ ਪੀਣ 'ਚ ਹੀ ਮਸਤ ਹੋ ਗਏ। ਤੁਸੀਂ ਸ਼ਬਦ ਪੜ੍ਹ ਕੇ ਵੇਖੋ, ਬੜੇ ਧਿਆਨ ਦੇ ਨਾਲ ਆਪਾਂ ਰੋਜ਼ ਪੜ੍ਹਦੇ ਹਾਂ, ਅਤੇ ਆਪਣੇ ਆਪ ਨੂੰ ਦੇਖੀਏ ਕਿ ਮੈਂ ਕਿੱਥੇ ਖੜੋਤਾ ਹੈ, ਮੇਰੀ ਗਿਣਤੀ ਕਿਹਨਾਂ ਵਿੱਚ ਆਏਗੀ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ
ਹੁਣ ਇਹ ਸ਼ਬਦ ਵੀ ਬੜੇ ਪਿਆਰੇ, ਤਿਲ ਨਾ ਤਮਾਏ। ਇੱਥੇ ਤਿਲ ਦੇ ਲੱਲੇ ਨੂੰ ਔਂਕੜ ਹੈ, ਤਮਾਏ ਇਸਤਰੀ ਲਿੰਗ ਹੈ। ਇਹ ਤਿਲ ਤਮਾਏ ਦਾ ਵਿਸ਼ੇਸ਼ਣ ਹੋ ਨਹੀਂ ਸਕਦਾ। ਤਿਲ ਮਾਤਰ ਤਮਾ ਇਹਦੇ ਅਰਥ ਕੀਤੇ ਨਹੀਂ ਜਾ ਸਕਦੇ। ਗੁਰਬਾਣੀ ਵਿੱਚ ਐਸੀਆਂ ਪੰਕਤੀਆਂ ਵੀ ਆਉਂਦੀਆਂ, ਨਾ ਤਿਸ ਤਿਲ ਨਾ ਤਮਾਏ। ਇਹਦਾ ਮਤਲਬ ਦੋ ਚੀਜ਼ਾਂ ਹੈ। ਵਿਦਵਾਨਾਂ ਕੋਲ ਬੈਠ ਕੇ ਜਦੋਂ ਇਹਦੇ ਬਾਰੇ ਸਵਾਲ ਕੀਤਾ ਕਿ ਬਹੁਤੇ ਟੀਕਾਕਾਰਾਂ ਨੇ ਵਿਸ਼ੇਸ਼ਣ ਦੱਸ ਦਿੱਤਾ ਤਮਾਏ ਦਾ, ਪਰ ਇੱਥੇ ਤਾਂ ਔਂਕੜ ਲੱਗੀ ਹੈ। ਫਿਰ ਉਹਨਾਂ ਨੇ ਰੋਸ਼ਨੀ ਬਖਸ਼ਿਸ਼ ਕੀਤੀ। ਤਿਲ ਸ਼ਬਦ ਦਾ ਅਰਥ ਤੁਸੀਂ ਲੋ ਫਰੇਬ, ਫਾਰਸੀ ਦਾ ਸ਼ਬਦ ਹੈ, ਭਾਰਾ ਕਰਕੇ ਤਿਲ ਕਰਕੇ ਬੋਲਦੇ ਆ, ਫਰੇਬ। ਦੇਣ ਵਾਲੇ ਬੰਦੇ ਵੀ ਜਾਂ ਤਾਂ ਫਰੇਬ ਹੁੰਦਾ, ਬਹੁਤੀ ਵਾਰੀ ਆ ਵੋਟਾਂ ਆਉਂਦੀਆਂ ਨਾ, ਉਦੋਂ ਵੀ ਬਹੁਤ ਆਉਂਦੇ ਦਾਤੇ ਬਣ ਕੇ, ਕੋਈ ਕੰਮ ਹੋਵੇ ਦੱਸੋ ਜੀ ਕੀ ਕਰਾ ਦਈਏ, ਪਰ ਪਿੱਛੇ ਕੀ ਹੈ ਉਹਨਾਂ ਦੇ? ਫਰੇਬ ਹੈ। ਤੁਹਾਡੀਆਂ ਵੋਟਾਂ ਹਥਾਣੀਆਂ ਉਹਨਾਂ ਨੇ, ਤੁਹਾਡੇ ਉੱਤੇ ਰਾਜ ਕਰਨਾ ਹੈ, ਤੁਹਾਡੇ ਪੈਰੀਂ ਪੈ ਕੇ ਪਹਿਲਾਂ, ਮੁੜ ਕੇ ਲੱਤਾਂ ਹੇਠ ਲਤਾੜਨਾ ਹੈ। ਐਸੇ ਫਰੇਬੀ ਬੰਦੇ ਵੀ ਦਿੰਦੇ ਨੇ ਬਹੁਤ ਕੁਝ, ਪਰ ਫਸਾਉਣ ਦੇ ਲਈ। ਕਿਹੜਾ ਐਸਾ ਸ਼ਿਕਾਰੀ ਹੈ ਪੰਛੀਆਂ ਨੂੰ ਫਸਾਉਣ ਵਾਲਾ ਜਿਹੜਾ ਪਹਿਲਾਂ ਚੋਗਾ ਨਹੀਂ ਪਾਉਂਦਾ? ਉਹ ਦਾਤਾ ਥੋੜ੍ਹੀ ਨੇ, ਫਰੇਬ ਹੈ। ਰੱਬ ਦੇ ਰਿਹਾ ਪਰ ਉਹ 'ਚ ਫਰੇਬ ਨਹੀਂ, ਉਹ ਫਸਾਉਣਾ ਨਹੀਂ ਚਾਹੁੰਦਾ। ਫਿਰ ਦੂਜੀ ਗੱਲ ਹੁੰਦੀ ਲਾਲਚ ਹੁੰਦਾ ਹੈ। ਮੈਨੂੰ ਲੋਕੀ ਕਹਿਣ ਬੜਾ ਚੰਗਾ ਹੈ, ਇਹ ਕਹਿਣ ਚਾਰ ਬੰਦਿਆਂ 'ਚ ਗੱਲ ਕਰਨ ਵੀ ਉਹ ਤਾਂ ਬਹੁਤ ਵਧੀਆ ਇਨਸਾਨ ਹੈ, ਕਹਿੰਦੇ ਉਹ 'ਚ ਲਾਲਚ ਵੀ ਨਹੀਂ ਹੈਗਾ ਵੀ ਮੈਂ ਅੱਜ 10 ਦਿੱਤੇ ਹੈ ਕੱਲ੍ਹ ਨੂੰ ਇਹ 20 ਦੇਗਾ, ਲਾਲਚ ਵੀ ਨਹੀਂ ਹੈ। ਮੈਂ ਇਹਦੇ ਔਖੇ ਸਮੇਂ ਖੜ੍ਹਿਆ, ਕੱਲ੍ਹ ਨੂੰ ਇਹ ਮੇਰੇ ਔਖੇ ਸਮੇਂ ਖੜ੍ਹੇਗਾ, ਲਾਲਚ ਨਹੀਂ ਹੈ। ਅੱਜ ਮੈਂ ਤਾਂ ਕੰਮ ਸਵਾਰਿਆ, ਇਹ ਮੇਰੀ ਜੈ ਜੈਕਾਰ ਕਰੇਗਾ, ਲਾਲਚ ਨਹੀਂ ਹੈ। ਨਾ ਉਹਦੇ ਅੰਦਰ ਫਰੇਬ ਹੈ, ਨਾ ਉਹਦੇ ਅੰਦਰ ਲਾਲਚ ਹੈ। ਫਿਰ ਮੰਗਤੇ ਵੀ ਉਹਦੇ ਥੋੜ੍ਹੇ ਬਹੁਤ ਨਹੀਂ ਹੈ, ਛੋਟੇ ਮੋਟੇ ਨਹੀਂ ਹੈ। ਕੇਤੇ ਮੰਗੈ ਜੋਧ ਅਪਾਰ, ਕੇਤਿਆਂ ਗਣਤ ਨਹੀਂ ਵਿਚਾਰ। ਪਰ ਕੈਟਾਗਰੀ ਵੇਖੋ, ਉਹਨਾਂ ਵਿੱਚੋਂ ਇੱਕ ਤੈ ਕੇਤੇ ਖੱਪ ਟੁੱਟੈ ਵੇਕਾਰ। ਕਈ ਐਸੇ ਜਿਹੜੇ ਰੱਬ ਕੋਲੋਂ ਲਿੱਤਾ ਤੇ ਉਹਨਾਂ ਪਦਾਰਥਾਂ ਕਰਕੇ ਵਿਕਾਰੀ ਹੋ ਗਏ। ਪੈਸੇ ਬਹੁਤ ਸੀ ਤੇ ਜੂਆ ਖੇਡਣ ਲੱਗ ਪਏ, ਪੈਸੇ ਬਹੁਤ ਸੀ ਸ਼ਰਾਬ ਪੀਣ ਲੱਗ ਪਏ, ਪੈਸੇ ਬਹੁਤ ਸੀ ਦੂਜਿਆਂ ਦਾ ਜਿਸਮ ਹੀ ਖਰੀਦਣ ਲੱਗ ਪਏ, ਵਿਚਾਰੀ ਹੋ ਗਏ। ਇਹ ਕੀ ਹੈ? ਵਿਕਾਰ। ਉਹਨਾਂ ਵਿੱਚ ਪੈ ਪੈ ਕੇ ਹੀ ਵਿਕਾਰ ਖੱਟ ਲਿਆ, ਇੱਕ ਕੈਟਾਗਰੀ। ਦੂਜੀ ਕੈਟਾਗਰੀ ਉਹ ਮੁੱਕਰ ਹੀ ਗਏ, ਲੈ ਕੇ ਦਿੱਤੇ ਹੀ ਕੱਖ ਨਹੀਂ। ਕੇਤੇ ਲੈ ਲੈ ਮੁੱਕਰ ਪਾਹੇ। ਬੜੇ ਐਸੇ, ਸਾਨੂੰ ਤਾਂ ਜੀ ਰੱਬ ਨੇ ਕੁਝ ਦਿੱਤਾ ਹੀ ਨਹੀਂ, ਸਾਡੀ ਵਾਰੀ ਤੇ ਰੱਬ ਨੇ ਬੂਹੇ ਬੰਦ ਕਰ ਲਏ, ਭੁੱਲ ਹੀ ਗਿਆ ਸਾਡੀ ਵਾਰੀ ਤਾਂ। ਬਹੁਤ ਐਸੇ ਨੇ। ਇਸੇ ਤਰ੍ਹਾਂ ਇੱਕ ਬੰਦਾ ਕਵੇ ਜਾ ਕੇ ਜੀ ਮੈਨੂੰ ਤੇ ਜੀ ਰੱਬ ਨੇ ਕੁਝ ਨਹੀਂ ਦਿੱਤਾ, ਮੇਰੀ ਵਾਰੀ ਤਾਂ ਪਤਾ ਨਹੀਂ ਰੱਬ ਨੂੰ ਕੀ ਹੋ ਗਿਆ ਸੀ, ਬਾਰ-ਬਾਰ ਕਹੀ ਜਾਏ। ਹੁਣ ਸੁਣਨ ਵਾਲਾ ਵੀ ਕਾਹਲਾ ਪੈ ਗਿਆ। ਇੱਕ ਦਿਨ ਇਕੱਲਾ ਬੈਠਾ ਸੀ, ਕਿਤੇ ਇਕੱਲਾ ਹੀ ਆ ਗਿਆ, ਫਿਰ ਗੱਲ ਛੇੜ ਲਈ, ਸਾਡੀ ਵਾਰੀ ਤਾਂ ਜੀ ਰੱਬ ਨੂੰ ਪਤਾ ਨਹੀਂ ਕੀ ਹੋਇਆ ਸੀ, ਉਹਨੇ ਕੁਛ ਨਹੀਂ ਦਿੱਤਾ। ਉਹਦੇ ਕੋਲ ਡਾਂਗ ਪਈ ਸੀਗੀ, ਚੱਕ ਕੇ ਗਿੱਟਿਆਂ ਤੇ ਸਿੱਟੀ ਇੱਕ ਉਸਨੇ, ਵੱਜੀ, ਦਰਦ ਹੋਇਆ ਇੱਕਦਮ। ਹਾਏ ਮੇਰੀ ਲੱਤ, ਕਿੱਥੋਂ ਲਈ ਸੀ, ਕਿਹੜੀ ਦੁਕਾਨ ਤੋਂ ਖਰੀਦੀ ਸੀ? ਨਾਲ ਹੀ ਦੂਜਾ ਠੋਕ ਦਿੱਤਾ ਹੱਥ ਦੇ ਉੱਤੇ। ਫਿਰ ਕਿਹਾ ਹਾਏ ਮੇਰੀ ਬਾਂਹ, ਕਿੱਥੋਂ ਲਈ ਸੀ, ਕਿੱਥੋਂ ਖਰੀਦੀ ਸੀ? ਤੇ ਡੰਡਾ ਕੀਤਾ ਸਿਰ ਵੱਲ, ਕਹਿਣ ਲੱਗਾ ਮਾਰੀ ਨਾ, ਮੈਨੂੰ ਪਤਾ ਲੱਗਾ ਰੱਬ ਨੇ ਦਿੱਤਾ। ਕਈਆਂ ਨੂੰ ਡੰਡੇ ਖਾ ਕੇ ਹੀ ਪਤਾ ਲੱਗਦਾ ਰੱਬ ਨੇ ਕੀ ਦਿੱਤਾ, ਸਿੱਧਾ ਪਤਾ ਹੀ ਨਹੀਂ ਲੱਗਦਾ। ਅਸੀਂ ਨਾ ਦਾਤਾਂ ਨੂੰ ਭੋਗਦੇ ਹੋਏ ਵੀ ਕਹਿੰਦੇ ਹਾਂ ਕੁਛ ਨਹੀਂ ਦਿੱਤਾ। ਕੇਤੇ ਲੈ ਲੈ ਮੁੱਕਰ ਪਾਹੇ। ਮੇਰੇ ਮਾਲਕ ਨੇ ਕਿਹਾ ਵੀ ਕਈ ਐਸੇ ਜੀਵ ਨੇ ਸ਼ੁਕਰਾਨਾ ਤੇ ਕਿਤੇ ਰਿਹਾ, ਉਹ ਮੁੱਕਰ ਹੀ ਗਏ, ਕੁਝ ਮਿਲਿਆ ਹੀ ਨਹੀਂ। ਤੇ ਕਈ ਉਹ ਪਦਾਰਥਾਂ ਨੂੰ ਖਾਣ ਪੀਣ 'ਚ ਲੱਗੇ, ਕੇਤੇ ਮੂਰਖ ਖਾਹੀ ਖਾਹੇ। ਆਪਾਂ ਕਿਹੜੀ ਕੈਟਾਗਰੀ ਵਿੱਚ ਆ? ਇੱਕ ਕੈਟਾਗਰੀ ਹੋਰ ਹੈ, ਉਹਨਾਂ ਨੂੰ ਵੀ ਬਹੁਤ ਕੁਝ ਮਿਲਿਆ। ਕੀ ਮਿਲਿਆ? ਦੁੱਖ। ਕੀ ਮਿਲਿਆ? ਭੁੱਖ। ਕੀ ਮਿਲਿਆ? ਮਾਰ। ਪਰ ਮੁਸਕਰਾ ਰਹੇ ਹੈ। ਪੁੱਛਿਆ ਵੀ ਤੁਸੀਂ ਕਾਹਤੇ ਹੱਸਦੇ? ਉਧਰ ਤਾਂ ਮਿਲਿਆ ਟੀਵੀ, ਉਹ ਤਾਂ ਵੀ ਰੋਈ ਜਾਂਦਾ ਹੈ। ਉਧਰ ਤਾਂ ਉਹਨੂੰ 2 ਕਰੋੜ ਦਾ ਮਿਲ ਗਿਆ ਫਲੈਟ, ਉਹ ਤਾਂ ਵੀ ਰੋ ਰਿਹਾ। ਤੇਰੀ ਝੁੱਗੀ ਵੀ ਚਲੇਗੀ, ਤੂੰ ਹੱਸਦਾ ਕਾਹਤੇ ਹੈ? ਤੇ ਉਹ ਕਹਿੰਦਾ ਕੇਤਿਆਂ ਦੁੱਖ ਭੂਖ ਸਦ ਮਾਰ,
ਏ ਪੇ ਦਾਤ ਤੇਰੀ ਦਾਤਾਰ, ਏ ਪੇ ਦਾਤ ਤੇਰੀ ਦਾਤਾਰ, ਏ ਭੇ ਦਾਤ ਤੇਰੀ ਦਾਤਾਰ, ਏ ਭੇ ਦਾਤ ਤੇਰੀ ਦਾਤਾਰ। ਕਈ ਦਾਤਾਂ ਲੈ ਕੇ ਉਹਨੂੰ ਦਾਤਾ ਨਾ ਕਹਿ ਸਕੇ। ਕਿਸੇ ਦੇ ਕੋਲ ਜੇ ਮਾਲਕ ਨੇ ਕੋਈ ਚੀਜ਼ ਲੈ ਕੇ ਦੇ ਕੇ ਲੈ ਲਈ ਤਾਂ ਵੀ ਉਹਨੇ ਦਾਤਾ ਕਿਹਾ। ਸੱਚੇ ਪਾਤਸ਼ਾਹ ਇਹ ਵੀ ਭੁੱਖ ਵੀ ਤੇਰੀ ਦਾਤ ਹੈ, ਮੈਨੂੰ ਇਹ ਵੀ ਕਬੂਲ ਹੈ। ਆਹੀ ਇੱਕ ਤਰੀਕਾ ਹੈ ਬੰਦ ਖਲਾਸੀ ਭਾਣੇ ਹੋਏ। ਭਾਣੇ ਵਿੱਚ ਹੀ ਆ ਬੰਦੀ ਤੋਂ ਅਸੀਂ ਖਲਾਸੀ ਪ੍ਰਾਪਤ ਕਰ ਸਕਦੇ ਹਾਂ, ਹੋਰ ਕੋਈ ਦੂਜਾ ਤਰੀਕਾ ਨਹੀਂ ਹੈ। ਸਭ ਤੋਂ ਖੁਸ਼ਕਿਸਮਤ ਕਿਹੜਾ ਹੈ ਜਿਹਨੂੰ ਉਹ ਦਾਤ ਮਿਲੇ? ਕਿਹੜੀ? ਕੋਈ ਕਈ ਕਹਿਣਗੇ ਨਾ ਵੀ ਤੁਹਾਡੇ ਕੋਲ ਲੋਕੀ ਕਈ ਕਹਿੰਦੇ ਸਾਡੀ ਅਰਦਾਸ ਕਰਦੇ ਹੋ, ਲੋਕਾਂ ਨੂੰ ਭਰੋਸਾ ਹੈ ਵੀ ਇਹ ਰੱਬ ਦਾ ਪਿਆਰਾ ਹੈ, ਮਨ ਵਿੱਚ ਇੱਛਾ ਹੈ, ਤੁਸੀਂ ਕਹਿ ਸਾਡੀ ਤੇ ਰੱਬ ਨੇ ਕੀ ਸੁਣਨੀ, ਪਤਾ ਜੋ ਹੈ ਵੀ ਅਸੀਂ ਕੀ ਹੈ। ਇਸ ਕਰਕੇ ਉਹ ਕਿਸੇ ਦੂਜੇ ਨੂੰ ਕਈ ਵਾਰ ਕਹਿੰਦੇ ਤੁਸੀਂ ਸਾਡੀ ਅਰਦਾਸ ਕਰਦੇ ਹੋ ਜੀ, ਜਿਹਦੇ ਉੱਤੇ ਥੋੜ੍ਹਾ ਬਹੁਤ ਭਾਵੇਂ ਵਹਿਮ ਭਰਮੀ ਹੋਵੇ ਵੀ ਇਹ ਬਹੁਤ ਨੇੜੇ ਹੈ। ਪਰ ਜਦੋਂ ਉਹਦਾ ਘਰ ਵੇਖਿਆ, ਉਹਦੇ ਘਰ ਕੁਛ ਵੀ ਨਹੀਂ। ਉਹ ਫਿਰ ਕਹਿੰਦੇ ਲੋਕੀ ਤੁਹਾਡੇ ਕੋਲੋਂ ਅਰਦਾਸਾਂ ਕਰਾਉਣ ਦੀ ਗੱਲ ਕਰਦੇ ਐ ਵੀ ਮੈਨੂੰ ਇੰਨਾ ਭਰੋਸਾ ਹੈ ਵੀ ਜੇ ਤੁਸੀਂ ਅਰਦਾਸ ਕਰੋ ਨਾ ਰੱਬ ਤੁਹਾਡੇ ਵਾਰੇ ਨਿਆਰੇ ਕਰ ਦੇਵੇ, ਤੁਸੀਂ ਆਪਣੇ ਲਈ ਵੀ ਕੁਝ ਮੰਗ ਲਿਆ ਕਰੋ। ਤੇ ਉਹ ਫਿਰ ਇੱਕ ਗੱਲ ਕਹਿੰਦੇ ਨੇ, ਮੰਮਾ ਮੰਗਣਹਾਰ ਇਆਨਾ। ਮੰਗਣ ਵਾਲਾ ਜਿਹੜਾ ਹੈ ਨਾ ਉਹ ਨਾ ਸਮਝ ਹੈ, ਉਹ ਇਆਣਾ ਹੈ। ਉਹਨੂੰ ਆਪਣੇ ਪਿਓ 'ਤੇ ਭਰੋਸਾ ਹੀ ਨਹੀਂ, ਉਹਨੂੰ ਆਪਣੀ ਮਾਂ 'ਤੇ ਭਰੋਸਾ ਹੀ ਨਹੀਂ ਹੈ, ਉਹਨੂੰ ਆਪਣੇ ਦਾਤੇ 'ਤੇ ਭਰੋਸਾ ਹੀ ਨਹੀਂ ਹੈ। ਉਹ ਭੁੱਲ ਗਿਆ ਵੀ ਅਣ ਮੰਗਿਆ ਦਾਨ ਦੇਣ ਵਾਲਾ ਉਹ ਫਿਰ ਕਹਿਣਗੇ ਮੰਮਾ ਮੰਗਣਹਾਰ ਇਆਨਾ, ਦੇਨਹਾਰ ਦੇ ਰਹੋ ਸੁਜਾਨਾ। ਕੀ ਮੰਗੇ ਦੇ ਤਰਿਆ ਸਾ ਨਹੀਂ ਰਿਹਾ, ਹੱਥ ਪੈਰ ਚੱਲ ਨਹੀਂ ਰਹੇ, ਉਹ ਤਾਂ ਦੇ ਰਿਹਾ। ਤੇ ਨਾਲ ਹੀ ਇਹ ਗੱਲ ਕਹਿਤੀ ਜੋ ਦੀਨੋ ਸੋ ਏਕੈ ਬਾਰ, ਜੋ ਦੀਨੋ ਸੋ ਏਕੈ ਬਾਰ, ਜੋ ਦੀਨੋ ਸੋ ਏਕੈ ਬਾਰ, ਜੋ ਦੀਨੋ ਸੋ ਏਕੈ ਬਾਰ। ਮਨ ਮੂਰਖ ਕਹ ਕਰੈ ਪੁਕਾਰ, ਮਨ ਮੂਰਖ ਕਹ ਕਰੈ ਪੁਕਾਰ, ਮਨ ਮੂਰਖ ਕਹ ਕਰੈ ਪੁਕਾਰ, ਮਨ ਮੂਰਖ ਕਹ ਕਰੈ ਪੁਕਾਰ। ਉਹ ਤੇ ਮਨ ਨੂੰ ਮੂਰਖ ਕਹਿੰਦਾ ਹੈ, ਰੱਬ ਦੀ ਤੇ ਏਡੀ ਵਡਿਆਈ ਨੇ ਇੱਕੋ ਵਾਰੀ ਤੈਨੂੰ ਸਭ ਕੁਝ ਦੇ ਦਿੱਤਾ ਹੈ, ਤੂੰ ਫਿਰ ਮੰਗੀ ਜਾਂਦਾ। ਕਿੱਡਾ ਭਰੋਸਾ ਹੈ ਉਹਨਾਂ ਨੂੰ। ਹਾਂ ਜੇ ਦਾਤ ਮੰਗਣੀ ਹੋਵੇ ਫਿਰ ਅਸੀਂ ਮੰਗਾਂਗੇ ਕੀ? ਸਾਨੂੰ ਪਤਾ ਹੈ ਵੀ ਕਿਹੜੀ ਦਾਤ ਕੀਮਤੀ ਹੈ। ਅਖੀਰਲੀ ਪੰਕਤੀ ਹੈ, ਜਿਸਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ। ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਜਿਹਨੂੰ ਮੇਰਾ ਮਾਲਕ ਆਪਣੀ ਸਿਫਤ ਸਲਾਹ ਬਖਸ਼ ਦਿੰਦਾ ਹੈ। ਅਗਲੀ ਪੌੜੀ ਵਡੇਰੀ ਹੈ, ਇਸ ਕਰਕੇ ਉਸ ਨੂੰ ਆਰੰਭ ਜਿਹੜਾ ਹੈਗਾ ਉਹ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸਮੇਂ ਦਾ ਵੀ ਧਿਆਨ ਰੱਖਣਾ ਹੈ। 5-7 ਮਿੰਟ ਉੱਪਰ ਹੋ ਜਾਣ ਤੇ ਫਿਰ ਅਗਲਾ ਜਿਹੜਾ ਹੈਗਾ ਸਮਾਗਮ ਉਹ 'ਚ ਵਿਘਨ ਪੈ ਜਾਂਦਾ ਹੈ। ਇਸ ਕਰਕੇ ਇੱਥੇ ਹੀ ਵਿਚਾਰਾਂ ਨੂੰ ਆਪਾਂ ਸੰਕੋਚਣਾ ਸਾਨੂੰ ਪਏਗਾ। ਆਪ ਜੀ ਨੂੰ ਬੇਨਤੀ ਹੈ ਕਿ ਅਗਲੀਆਂ ਜਿਹੜੀਆਂ ਪੌੜੀਆਂ ਨੇ ਉਹਨਾਂ ਨੂੰ ਨਾਲ ਹੀ ਗੁਰਦੁਆਰਾ ਸਾਹਿਬ ਹੈ ਭਾਈ ਜੋਗਾ ਸਿੰਘ ਜੀ, ਉੱਥੇ ਇਸ ਤੋਂ ਅਗਲੀਆਂ ਪੌੜੀਆਂ ਦੇ ਵਿਚਾਰ ਹੀ ਆਰੰਭ ਜਿਹੜੀ ਹੈਗੀ 2 ਦਿਨਾਂ 'ਚ ਕਰਾਂਗੇ, ਔਰ ਯਤਨ ਕਰਾਂਗੇ ਵੀ ਜਿਹੜੇ 2 ਦਿਨ ਨੇ ਉਹਦੇ ਵਿੱਚ ਇਹ ਸਾਰੀ ਬਾਣੀ ਜਿਹੜੀ ਹੈਗੀ ਆਪਾਂ ਸਮਾਪਤ ਕਰ ਸਕੀਏ, ਭਾਵੇਂ ਕਿ ਆਪਾਂ ਉਹਦੀ ਵਿਚਾਰ ਸੰਖੇਪ ਦੇ ਵਿੱਚ ਹੀ ਕਰੀਏ, ਕਿਉਂਕਿ ਅੱਗੇ ਫਿਰ ਕੋਈ ਪਤਾ ਨਹੀਂ ਸਮੇਂ ਦਾ ਵਿੱਚ ਨਾ ਰਹਿ ਜਾਏ। ਆਪਾਂ ਸੰਪੂਰਨ ਰੂਪ ਦੇ ਵਿੱਚ ਭਾਵੇਂ ਸੰਖੇਪ ਵਿੱਚ ਹੀ ਦਰਸ਼ਨ ਕਰੀਏ ਪਰ ਥਾਂ ਬਦਲ ਜਾਏਗਾ। ਇੱਥੇ ਅਗਲੇ ਸਮਾਗਮ ਹੋਰ ਲਿਖੇ ਹੋਣਗੇ ਅਤੇ ਭਾਈ ਸਾਹਿਬ ਭਾਈ ਜੋਗਾ ਸਿੰਘ ਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਹੈ ਉੱਥੇ ਰਾਤ ਨੂੰ 8 ਵਜੇ ਤੋਂ ਲੈ ਕੇ 9 ਵਜੇ ਤੱਕ ਇਸੇ ਤਰੀਕੇ ਦੇ ਨਾਲ ਪਾਠ ਬੋਧ ਸਮਾਗਮ ਜਿਹੜਾ ਹੈਗਾ ਇਸੇ ਬਾਣੀ ਦਾ ਅਗਲੀਆਂ ਪੌੜੀਆਂ ਦਾ ਉੱਥੇ ਅਸੀਂ ਸਾਂਝ ਪਾਵਾਂਗੇ ਜੀ। ਸਾਡੇ ਵੱਲੋਂ ਜੋ ਵੀ ਸੇਵਾਵਾਂ ਨਿਭਾਈਆਂ ਗਈਆਂ ਇਹਨਾਂ ਦਿਨਾਂ ਦੇ ਵਿੱਚ, ਸੇਵਾ ਨਿਭਾਉਂਦਿਆਂ ਗਲਤੀਆਂ ਹੋ ਜਾਣੀਆਂ ਸੁਭਾਵਿਕ ਜੀ ਬਾਤ ਹੈ, ਆਪ ਜੀ ਨੇ ਬਖਸ਼ ਦੇਣਾ ਜੀ। ਜੋ ਵੀ ਕਥਾ ਸਤਿਕਾਰ ਵਜੋਂ ਆਪ ਜੀ ਨੇ ਭੇਟਾ ਅਰਪਣ ਕੀਤੀ ਹੈ ਆਪ ਜਾਣਦੇ ਹੀ ਹੋ। ਇਹ ਸਾਰੀ ਦੀ ਸਾਰੀ ਭੇਟਾ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾਂ ਰੋਪੜ ਵਿਖੇ ਜੋ ਬੱਚੇ ਪੜ੍ਹ ਰਹੇ ਹਨ
ਉਹਨਾਂ ਦੇ ਉੱਤੇ ਖਰਚ ਹੋ ਜਾਂਦੀ ਹੈ। ਰਸੀਦ ਕੱਟ ਕੇ ਇੱਥੇ ਪ੍ਰਬੰਧਕਾਂ ਨੂੰ ਦੇ ਦਿੱਤੀ ਜਾਂਦੀ ਹੈ। ਆਪ ਜੀ ਹਰ ਸਾਲ ਬਹੁਤ ਸਹਿਯੋਗ ਬਖਸ਼ਿਸ਼ ਕਰਦੇ ਹੋ। ਇਸ ਬਖਸ਼ੇ ਸਹਿਯੋਗ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ। ਅਕਾਲ ਪੁਰਖ ਵਾਹਿਗੁਰੂ ਜੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਜੀ। ਹੋਈਆਂ ਅਨੇਕ ਭੁੱਲਾਂ ਲਈ ਦਾਸ ਖਿਮਾ ਦੇ ਜਾਚਕ ਹਨ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।